ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਆਪਾਂ ਟੌਪਿਕ ਕਰਾਂਗੇ ਬਾਇਓਮੈਡੀਕਲ ਵੇਸਟ ਮੈਨੇਜਮੈਂਟ। ਬਾਇਓਮੈਡੀਕਲ ਵੇਸਟ ਮੈਨੇਜਮੈਂਟ ਇੱਕ ਅਜਿਹਾ ਟੌਪਿਕ ਹੈ ਜੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਅਗਰ ਤੁਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਹੈਲਥ ਪਰਸੋਨਲ ਦੀ ਜੌਬ ਕਰਨਾ ਚਾਹੁੰਦੇ ਹੋ ਜਾਂ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਬਾਇਓਮੈਡੀਕਲ ਵੇਸਟ ਕੀ ਹੁੰਦੀ ਹੈ, ਬਾਇਓਮੈਡੀਕਲ ਵੇਸਟ ਦੀਆਂ ਅੱਗੇ ਕਿੰਨੀਆਂ ਟਾਈਪਸ ਹੁੰਦੀਆਂ ਨੇ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਪੜਾਂਗੇ ਕਲਰ ਕੋਡਿੰਗ। ਕਲਰ ਕੋਡਿੰਗ ਮਤਲਬ ਡਸਟਬਿਨਸ ਜੋ ਹਸਪੀਟਲਸ ਦੇ ਵਿੱਚ ਤੁਸੀਂ ਦੇਖੇ ਹੋਣਗੇ ਅਲੱਗ-ਅਲੱਗ ਕਲਰਸ ਦੇ ਪਏ ਹੁੰਦੇ ਆ, ਯੈਲੋ, ਰੈੱਡ, ਗ੍ਰੀਨ, ਠੀਕ ਹੈ। ਉਹਨਾਂ ਦੇ ਵਿੱਚ ਕਿਹੜਾ ਕੂੜਾ ਪਾਉਣਾ ਹੈ, ਕਿਸ ਤਰ੍ਹਾਂ ਦਾ ਕੂੜਾ ਕਿਹੜੇ ਡਸਟਬਿਨ 'ਚ ਪਾਉਣਾ ਹੈ। ਇਸ ਤੋਂ ਇਲਾਵਾ ਆਪਾਂ ਕੈਟੇਗਰੀਜ਼ ਦੇਖਾਂਗੇ ਕੂੜੇ ਦੀਆਂ ਕਿ ਕਿਹੜੇ ਕੂੜਾ ਕਿਹੜੀ ਕੈਟੇਗਰੀ 'ਚ ਆਉਂਦਾ ਆ, ਠੀਕ ਹੈ। ਉਸ ਤੋਂ ਬਾਅਦ ਉਹਨੂੰ ਕਿਵੇਂ ਟਰੀਟ ਕਰਨਾ, ਟਰੀਟ ਮਤਲਬ ਉਹਨੂੰ ਕਿਵੇਂ ਸੋਧਣਾ ਆ ਜਾਂ ਕਹਿ ਲਓ ਤੁਸੀਂ ਅੱਗੇ ਡਿਸਪੋਜ਼ ਆਫ ਕਰਨਾ ਆ। ਡਿਸਪੋਜ਼ ਆਫ ਮਤਲਬ ਤੁਸੀਂ ਉਹਨੂੰ ਕਿੱਦਾਂ ਉਹਦਾ ਨਿਪਟਾਰਾ ਕਰਨਾ ਆ, ਠੀਕ ਹੈ। ਇਹ ਸਾਰੀ ਚੀਜ਼ਾਂ ਆਪਾਂ ਪੜਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪੜ੍ਹਦੇ ਹਾਂ ਬਾਇਓਮੈਡੀਕਲ ਵੇਸਟ ਹੁੰਦੀ ਕੀ ਹੈ। ਦੇਖੋ, ਬਾਇਓਮੈਡੀਕਲ ਵੇਸਟ ਕਿਸੇ ਵੀ ਤਰ੍ਹਾਂ ਦੀ ਰਹਿੰਦ ਖੂੰਹਦ ਜਾਂ ਕੂੜਾ ਕਰਕਟ ਜੋ ਹਸਪਤਾਲਾਂ, ਲੈਬਾਂ, ਕਲੀਨਿਕਾਂ ਜਾਂ ਰਿਸਰਚ ਸੈਂਟਰਾਂ ਤੋਂ ਪੈਦਾ ਹੁੰਦੀ ਹੈ, ਜਿਸ ਵਿੱਚ ਬਿਮਾਰੀਆਂ ਫੈਲਾਉਣ ਵਾਲੇ ਜੀਵ ਜਾਂ ਰਸਾਇਣ ਮੌਜੂਦ ਹੁੰਦੇ ਹਨ, ਉਸਨੂੰ ਬਾਇਓਮੈਡੀਕਲ ਵੇਸਟ ਕਹਿੰਦੇ ਹਨ। ਇਸ ਤਰ੍ਹਾਂ ਦੀ ਰਹਿੰਦ ਖੂੰਹਦ ਨੂੰ ਸਹੀ ਤਰੀਕੇ ਨਾਲ ਨਿਪਟਾਉਣ ਦੀ ਵਿਧੀ ਨੂੰ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਕਿਹਾ ਜਾਂਦਾ ਹੈ। ਦੇਖੋ, ਆਪਾਂ ਇਹਦੇ ਵਿੱਚ ਦੋਨੇ ਚੀਜ਼ਾਂ ਪੜ੍ਹ ਲਈਆਂ। ਬਾਇਓਮੈਡੀਕਲ ਵੇਸਟ ਕੀ ਹੁੰਦੀ ਹੈ? ਜੋ ਵੀ ਕੂੜਾ ਕਰਕਟ ਜਾਂ ਜੋ ਵੀ ਰਹਿੰਦ ਖੂੰਹਦ, ਜੋ ਵੀ ਵੇਸਟ ਹਸਪੀਟਲਸ ਜਾਂ ਲੈਬੋਰਟਰੀਜ਼ ਜਾਂ ਕਲੀਨਿਕਸ ਜਾਂ ਰਿਸਰਚ ਸੈਂਟਰਸ ਦੇ ਵਿੱਚੋਂ, ਠੀਕ ਹੈ, ਜਨਰੇਟ ਹੁੰਦੀ ਹੈ, ਉਸ ਕੂੜੇ ਕਰਕਟ ਨੂੰ ਆਪਾਂ ਬਾਇਓਮੈਡੀਕਲ ਵੇਸਟ ਕਹਿੰਦੇ ਹਾਂ। ਤੇ ਇਹਨੂੰ ਮਤਲਬ ਡਿਸਪੋਜ਼ ਆਫ ਜਾਂ ਤੁਸੀਂ ਕਹਿ ਲਓ ਨਿਪਟਾਉਣਾ ਕਿਸ ਤਰੀਕੇ ਨਾਲ, ਕਿਹੜੇ ਕਿਹੜੇ ਮੈਥਡਸ ਨੇ, ਉਹਨਾਂ ਨੂੰ ਆਪਾਂ ਮੈਨੇਜਮੈਂਟ ਕਹਿੰਦੇ ਹਾਂ। ਬਾਇਓਮੈਡੀਕਲ ਵੇਸਟ ਜਿਹੜੀ ਹੈਗੀ ਜੀ ਦੋ ਤਰ੍ਹਾਂ ਦੀ ਹੁੰਦੀ ਹੈ, ਨੌਨ ਹੈਜ਼ਾਰਡਸ ਔਰ ਹੈਜ਼ਾਰਡਸ। ਨੌਨ ਹੈਜ਼ਾਰਡਸ ਮਤਲਬ ਗੈਰ ਖਤਰਨਾਕ, ਜਿਹਦੇ ਤੋਂ ਆਪਾਂ ਨੂੰ ਇਨਫੈਕਸ਼ਨ ਹੋਣ ਦੇ ਚਾਂਸ ਨਹੀਂ ਹੁੰਦੇ। ਹੈਜ਼ਾਰਡਸ ਮਤਲਬ ਖਤਰਨਾਕ, ਜਿਹਦੇ ਤੋਂ ਆਪਾਂ ਨੂੰ ਇਨਫੈਕਸ਼ਨ ਹੋ ਸਕਦੀ ਹੈ। ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪੜਾਂਗੇ ਨੌਨ ਹੈਜ਼ਾਰਡਸ। ਨੌਨ ਹੈਜ਼ਾਰਡਸ ਵੇਸਟ ਕਿਹੜੀ ਹੁੰਦੀ ਹੈ ਜੀ? ਨੌਨ ਹੈਜ਼ਾਰਡਸ ਵੇਸਟ ਜੀ ਇਹ ਕਚਰਾ ਆਮ ਕੂੜਾ ਕਰਕਟ ਹੁੰਦਾ ਹੈ ਜੋ ਚਿਕਿਤਸਾ ਕੇਂਦਰ ਮਤਲਬ ਹਸਪੀਟਲਸ ਜਾਂ ਲੈਬੋਰਟਰੀਜ਼ ਜੋ ਵੀ, ਠੀਕ ਹੈ, ਰਿਲੇਟਡ ਟੂ ਆਪਣੇ ਮੈਡੀਕਲ ਫੀਲਡ ਦੇ ਆਉਂਦੇ ਨੇ, ਵਿੱਚ ਰੋਜ਼ਾਨਾ ਹੋਣ ਵਾਲੀ ਸਾਫ਼ ਸਫਾਈ ਨਾਲ ਪੈਦਾ ਹੁੰਦਾ ਹੈ, ਜਿਵੇਂ ਕਾਗਜ਼, ਕਾਰਡਬੋਰਡ, ਪੋਲੀਥੀਨ, ਫਲਾਂ ਸਬਜ਼ੀਆਂ ਦੇ ਛਿਲਕੇ, ਠੀਕ ਹੈ, ਇਹ ਆਉਂਦੇ ਨੇ ਇਹਦੇ ਵਿੱਚ। ਠੀਕ ਹੈ, ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਨੌਨ ਹੈਜ਼ਾਰਡਸ ਜਾਂ ਕਹਿ ਸਕਦੇ ਹੋ ਤੁਸੀਂ ਗੈਰ ਖਤਰਨਾਕ ਕੂੜਾ ਉਹ ਹੁੰਦਾ ਜੋ ਆਮ ਕੂੜਾ ਹੁੰਦਾ, ਜਿਵੇਂ ਆਪਣੇ ਘਰਾਂ ਦੇ ਵਿੱਚ ਵੀ ਜਿਹੜਾ ਕੂੜਾ ਪੈਦਾ ਹੁੰਦਾ ਉਹਨੂੰ ਆਪਾਂ ਨੌਨ ਹੈਜ਼ਾਰਡਸ ਵੇਸਟ ਦੇ ਵਿੱਚ ਲੈ ਸਕਦੇ ਹਾਂ। ਇਹ ਆਮ ਕੂੜਾ ਹੁੰਦਾ ਜੋ, ਠੀਕ ਹੈ, ਹਸਪੀਟਲਸ ਦੇ ਵਿੱਚ ਜਾਂ ਕਿਤੇ ਵੀ ਕਲੀਨਿਕ ਦੇ ਵਿੱਚ ਜਾਂ ਕਿਸੇ ਰਿਸਰਚ ਸੈਂਟਰ ਦੇ ਵਿੱਚ ਜੋ ਜਨਰੇਟ ਹੁੰਦਾ ਉਹਨੂੰ ਆਪਾਂ ਨੌਨ ਹੈਜ਼ਾਰਡਸ ਕਹਿੰਦੇ ਹਾਂ। ਉਸ ਤੋਂ ਬਾਅਦ ਆਉਂਦਾ ਜੀ ਹੈਜ਼ਾਰਡਸ ਵੇਸਟ ਮਤਲਬ ਖਤਰਨਾਕ ਕੂੜਾ, ਜਿੱਥੋਂ ਆਪਾਂ ਨੂੰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਹਨ, ਠੀਕ ਹੈ ਜੀ। ਇਨਫੈਕਸ਼ੀਅਸ ਵੇਸਟ ਜਾਂ ਆਪਾਂ ਨੂੰ ਕੀ ਕਹਿ ਸਕਦੇ ਹਾਂ, ਇਨਫੈਕਸ਼ੀਅਸ ਵੇਸਟ, ਠੀਕ ਹੈ ਜੀ। ਇਹਦੇ ਵਿੱਚ ਇਹਨੂੰ ਅੱਗੇ ਕੈਟੇਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੋਇਆ। ਇਹਦੀ ਆਪਾਂ ਅੱਗੇ ਅਲੱਗ-ਅਲੱਗ ਸ਼੍ਰੇਣੀਆਂ ਮਤਲਬ ਕੈਟੇਗਰੀਜ਼ ਦੇਖਾਂਗੇ ਕਿ ਕਿਹੜਾ ਕੂੜਾ ਕਿਹੜੀ ਕੈਟੇਗਰੀ 'ਚ ਆਉਂਦਾ ਤੇ ਉਹ ਇਨਫੈਕਸ਼ੀਅਸ ਤਾਂ ਹੈਗਾ ਹੀ ਹੈਗਾ ਤੇ ਉਹਨੂੰ ਆਪਾਂ ਅੱਗੇ ਨਿਪਟਾਉਣਾ ਕਿਵੇਂ ਆ, ਉਹਨੂੰ ਮਤਲਬ ਕਿਵੇਂ ਡਿਸਪੋਜ਼ ਆਫ ਕਰਨਾ, ਕਿਵੇਂ ਟਰੀਟ ਕਰਨਾ, ਠੀਕ ਹੈ। ਇਹਦੇ ਸਭ ਤੋਂ ਪਹਿਲਾਂ ਕੈਟੇਗਰੀ 1 ਆ ਗਈ। ਕੈਟੇਗਰੀ 1 ਦੇ ਵਿੱਚ ਕੀ ਆਉਂਦਾ ਜੀ? ਇਸ ਦੇ ਵਿੱਚ ਮਨੁੱਖੀ ਸਰੀਰ ਨਾਲ ਸੰਬੰਧਿਤ ਮਨੁੱਖੀ ਅੰਗ, ਖੂਨ ਅਤੇ ਸਰੀਰ ਦੇ ਹੋਰ ਤਰਲ ਪਦਾਰਥ ਆ ਜਾਂਦੇ ਹਨ। ਮਤਲਬ ਜੋ ਵੀ ਆਪਣੀ ਹਿਊਮਨ ਬਾਡੀ ਹੈ ਉਹਦੇ ਵਿੱਚ ਜੋ ਵੀ ਉਹਦੇ ਪਾਰਟਸ ਨੇ, ਠੀਕ ਹੈ, ਉਹ ਆ ਜਾਂਦੇ ਨੇ। ਜਿਵੇਂ ਮੰਨ ਲਓ ਕਿਸੇ ਦਾ ਗੋਲ ਬਲੈਡਰ ਪਿੱਤਾ ਕੱਢਿਆ, ਠੀਕ ਹੈ, ਉਹ ਆਪਾਂ ਕਈ ਵਾਰ ਵੇਸਟੇਜ ਦੇ ਵਿੱਚ, ਠੀਕ ਹੈ, ਜਨਰੇਟ ਹੋ ਗਿਆ, ਜਾਂ ਕਿਸੇ ਦਾ ਬਲੱਡ ਸਪਿਲ ਹੋ ਰਿਹਾ, ਬਲੱਡ ਨਿਕਲ ਰਿਹਾ ਬਹੁਤ ਜ਼ਿਆਦਾ, ਠੀਕ ਹੈ, ਉਹ ਹੋ ਗਿਆ, ਜਾਂ ਸਰੀਰ ਦੇ ਵਿੱਚ ਬਾਡੀ ਦੇ ਵਿੱਚ ਫਲੂਇਡਸ ਵਗੈਰਾ ਜਿਹੜੇ, ਠੀਕ ਹੈ, ਬਾਹਰ ਆਉਂਦੇ ਨੇ। ਇਹ ਸਾਰੇ ਕਿਹਦੇ 'ਚ ਆਉਂਦੇ ਨੇ ਜੀ? ਕੈਟੇਗਰੀ 1 ਦੇ ਵਿੱਚ। ਇਹਦੇ ਵਿੱਚ ਮੈਂ ਤੁਹਾਨੂੰ ਨਾਲ ਦੀ ਨਾਲ, ਠੀਕ ਹੈ, ਟਰੀਟਮੈਂਟ ਐਂਡ ਡਿਸਪੋਜ਼ਲ ਵੀ ਦੱਸੂਗੀ ਤੇ ਐਂਡ ਵਿੱਚ ਵੀ ਆਪਾਂ ਟਰੀਟਮੈਂਟ ਐਂਡ ਡਿਸਪੋਜ਼ਲ ਦੇਖਾਂਗੇ। ਇਹਦੇ ਵਿੱਚ ਜਿਹੜਾ ਕੈਟੇਗਰੀ 1 ਜੋ ਹਿਊਮਨ ਬਾਡੀ ਵੇਸਟੇਜ ਹੁੰਦੀ ਆ ਜਾਂ ਆਪਣੇ ਜੋ ਵੀ ਹਿਊਮਨ ਬਾਡੀ ਫਲੂਇਡਸ ਹੁੰਦੇ ਨੇ, ਬਲੱਡ ਹੁੰਦਾ, ਉਹਨੂੰ ਆਪਾਂ ਕਿਵੇਂ ਟਰੀਟ ਕਰਨਾ ਹੈ? ਇਨਸਿਨਰੇਸ਼ਨ ਔਰ ਡੀਪ ਬੁਰੀਅਲ। ਇਨਸਿਨਰੇਸ਼ਨ ਦਾ ਦੇਖੋ ਮਤਲਬ ਹੁਣ ਤੁਸੀਂ ਸਮਝ ਲਓ ਕੀ ਹੁੰਦਾ। ਇਹਦਾ ਮਤਲਬ ਹੁੰਦਾ ਜਲਣਾ, ਜਾਂ ਤੁਸੀਂ ਕਹਿ ਸਕਦੇ ਹੋ ਭਸਮ, ਠੀਕ ਹੈ, ਮਤਲਬ ਬਿਲਕੁਲ ਖਤਮ ਹੋ ਜਾਣਾ ਜਲ ਕੇ। ਡੀਪ ਬੁਰੀਅਲ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਡੀਪਲੀ ਡੂੰਘਾ,
ठीक है, किसी चीज़ ਨੂੰ ਦੱਬਣਾ। जो इस तरह का कूड़ा ਹੁੰਦਾ ਆਪਾਂ ਉਹਨੂੰ ਕੀ ਕਰਨਾ, ਜਾਂ ਤਾਂ ਬਿਲਕੁਲ ठीक है ਉਹਨੂੰ ਮਚਾ ਦੇਣਾ ਹੈ, ਜਲਾ ਦੇਣਾ ਹੈ ਤੇ ਉਹਦੀ ਰਾਖ ਬਣ ਜਾਂਦੀ ਹੈ, ਜਾਂ ਬਿਲकुल बहुत ज़्यादा ਡੂੰਘਾ ਦੱਬਣਾ ਹੈ ਤਾਂ ਕਿ ਉਹ ਅੱਗੇ ਇਨਫੈਕਸ਼ਨ ਕਾਜ਼ ਨਾ ਕਰ ਸਕੇ। ਸੈਕੰਡ ਕੈਟੇਗਰੀ ਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਆ ਜਾਊਗਾ ਰਿਲੇਟਡ ਟੂ ਐਨੀਮਲਸ, ਜਾਨਵਰਾਂ ਦੇ ਨਾਲ ਸੰਬੰਧਿਤ। ਠੀਕ ਹੈ, ਸੇਮ ਉਹੀ ਜੀ, ਜਾਨਵਰਾਂ ਦੇ ਅੰਗ, ਕੋਸ਼ਿਕਾਵਾਂ ਲਾਈਕ ਟਿਸ਼ੂਜ਼, ਜਾਨਵਰਾਂ ਦੇ ਸਰੀਰ ਚੋਂ ਨਿਕਲੇ ਹੋਏ ਤਰਲ ਪਦਾਰਥ, ਬਾਡੀ ਫਲੂਇਡਸ, ਇਹ ਸਾਰੇ ਕੀ ਨੇ ਜੀ, ਸੈਕੰਡ ਕੈਟੇਗਰੀ 'ਚ ਆ ਜਾਂਦੇ ਨੇ। ਇਹ ਕਿੱਥੋਂ ਪੈਦਾ ਹੁੰਦੇ ਨੇ, ਵੈਟਰਨਰੀ ਹਸਪੀਟਲ ਜਾਂ ਐਨੀਮਲ ਰਿਸਰਚ ਸੈਂਟਰਸ ਤੋਂ। ਠੀਕ ਹੈ, ਵੈਟਰਨਰੀ ਤੁਹਾਨੂੰ ਪਤਾ ਹੈ ਕਿ ਡੰਗਰ ਹਸਪੀਟਲਸ ਹੁੰਦੇ ਨੇ, ਜਾਨਵਰਾਂ ਦੇ ਹਸਪਤਾਲ ਹੁੰਦੇ ਨੇ, ਜਾਂ ਫਿਰ ਐਨੀਮਲ ਰਿਸਰਚ ਸੈਂਟਰਸ, ਬਹੁਤ ਜਗ੍ਹਾ 'ਤੇ ਰਿਸਰਚ ਸੈਂਟਰਸ ਬਣੇ ਹੋਏ ਨੇ ਜਿੱਥੇ ਜਾਨਵਰਾਂ ਦੇ ਉੱਪਰ ਰਿਸਰਚ ਕੀਤਾ ਜਾਂਦਾ ਹੈ। ਠੀਕ ਹੈ, ਉੱਥੋਂ ਜਿਹੜੀ ਇਹ ਵੇਸਟ ਜਨਰੇਟ ਹੁੰਦੀ ਆ ਉਹਨੂੰ ਆਪਾਂ ਕੀ ਕਾਹਦੇ 'ਚ ਰੱਖਦੇ ਹਾਂ, ਸੈਕੰਡ ਕੈਟੇਗਰੀ ਦੇ ਵਿੱਚ। ਸੇਮ ਇਹਦਾ ਉਹੀ, ਠੀਕ ਹੈ, ਟਰੀਟਮੈਂਟ ਐਂਡ ਡਿਸਪੋਜ਼ਲ। ਦੇਖੋ ਇਹਦਾ ਟਰੀਟਮੈਂਟ ਐਂਡ ਡਿਸਪੋਜ਼ਲ ਦਾ ਮਤਲਬ ਇੱਥੇ ਇਹ ਹੈ ਕਿ ਜਿਹੜੀ ਵੀ ਇਹ ਵੇਸਟੇਜ ਪੈਦਾ ਹੁੰਦੀ ਹੈ, ਜਨਰੇਟ ਹੁੰਦੀ ਹੈ, ਉਹਨੂੰ ਪਹਿਲਾਂ ਆਪਾਂ ਜਿਹੜੀ, ਕਿਉਂਕਿ ਇਹ ਇਨਫੈਕਸ਼ੀਅਸ ਹੁੰਦੀ ਹੈ, ਠੀਕ ਹੈ, ਇਨਫੈਕਸ਼ੀਅਸ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਦੂਸ਼ਿਤ ਹੁੰਦੀ ਆ ਜਾਂ ਸੰਕਰਮਿਤ ਹੁੰਦੀ ਹੈ। ਠੀਕ ਹੈ, ਕਿ ਅੱਗੇ ਆਪਾਂ ਨੂੰ ਇਨਫੈਕਸ਼ਨ ਜਾਂ ਬਿਮਾਰ ਕਰ ਸਕਦੀ ਹੁੰਦੀ ਆ। ਟਰੀਟਮੈਂਟ ਕਰਨਾ, ਟਰੀਟਮੈਂਟ ਮਤਲਬ ਇਹਨੂੰ ਆਪਾਂ ਸੋਧਣਾ ਹੁੰਦਾ ਕਿ ਆਪਾਂ ਉਹਨੂੰ ਸਿੱਧਾ ਹੀ ਨਹੀਂ, ਠੀਕ ਹੈ, ਡਿਸਪੋਜ਼ ਆਫ ਕਰਨਾ, ਸਿੱਧਾ ਹੀ ਸੁੱਟਣਾ ਨਹੀਂ ਹੁੰਦਾ ਉਹਨੂੰ, ਪਹਿਲਾਂ ਆਪਾਂ ਕਿਸੇ ਕੈਮੀਕਲਸ ਦੇ ਨਾਲ ਜਾਂ ਕਿਸੇ ਕੈਮੀਕਲਸ ਮਤਲਬ ਰਸਾਇਣ ਵਗੈਰਾ ਜੋ ਵੀ ਯੂਜ਼ ਹੁੰਦੇ ਨੇ, ਜਾਂ ਕਿਸੇ ਹੋਰ ਮੈਥਡ ਜਿਵੇਂ ਆਟੋਕਲੇਵਿੰਗ ਹੋ ਗਿਆ ਜਾਂ ਮਾਈਕ੍ਰੋਵੇਵ ਹੋ ਗਿਆ, ਇਹ ਚੀਜ਼ਾਂ ਦੇ ਨਾਲ ਪਹਿਲਾਂ ਆਪਾਂ ਉਹਨੂੰ ਕੀ ਕਰਨਾ ਹੁੰਦਾ, ਟਰੀਟ ਕਰਨਾ ਹੁੰਦਾ, ਫਿਰ ਡਿਸਪੋਜ਼ ਕਰਨਾ ਹੁੰਦਾ। ਡਿਸਪੋਜ਼ ਆਫ ਮਤਲਬ ਜਾਂ ਡਿਸਪੋਜ਼ਲ ਮਤਲਬ ਫਿਰ ਉਹਨੂੰ ਉਸ ਤੋਂ ਬਾਅਦ ਐਂਡ ਦੇ ਵਿੱਚ ਜਿਵੇਂ ਦਫਨਾ ਦਿੰਦੇ ਆ, ਜਾਂ ਤੁਸੀਂ ਕਹਿ ਲਓ ਕਿ ਆਪਾਂ ਉਹਨੂੰ ਉਹਦੀ ਰਾਖ, ਜਿਵੇਂ ਆਪਾਂ ਕੋਈ ਚੀਜ਼, ਠੀਕ ਹੈ, ਜਲਾਤੀ ਸੀਗੀ, ਉਹਦੀ ਰਾਖ ਪੈਦਾ ਹੁੰਦੀ ਹੈ, ਉਸ ਰਾਖ ਨੂੰ ਫਿਰ ਅੱਗੇ ਆਪਾਂ ਡਿਸਪੋਜ਼ ਆਫ ਕਰਨਾ ਹੁੰਦਾ। ਇਹ ਸਾਰੀ ਚੀਜ਼ਾਂ, ਠੀਕ ਹੈ, ਟਰੀਟਮੈਂਟ ਡਿਸਪੋਜ਼ਲ ਦੇ ਵਿੱਚ ਆ ਜਾਂਦੀਆਂ ਨੇ। ਸੋ ਇਹਦਾ ਵੀ ਸੇਮ ਹੀ ਹੈ ਜੀ, ਇਨਸਿਨਰੇਸ਼ਨ ਐਂਡ ਡੀਪ ਬurial। ਠੀਕ ਹੈ, ਨੈਕਸਟ ਕਰਾਂਗੇ ਥਰਡ ਕੈਟੇਗਰੀ। ਥਰਡ ਕੈਟੇਗਰੀ ਵਿੱਚ ਕੀ ਆਊਗਾ, ਇਸ ਦੇ ਵਿੱਚ ਮਾਈਕਰੋਬਾਇਓਲੋਜੀ ਅਤੇ ਲੈਬਸ ਵਿੱਚ ਕੀਤੇ ਜਾਣ ਵਾਲੇ ਟੈਸਟ, ਸੂਖਮ ਜੀਵਾਂ ਦੇ ਸਟਾਕ ਜਾਂ ਨਮੂਨੇ, ਵੈਕਸੀਨ ਅਤੇ ਰਿਸਰਚ ਸੈਂਟਰਾਂ ਵਿੱਚ ਪ੍ਰਯੋਗ ਦੇ ਦੌਰਾਨ ਪੈਦਾ ਹੋਏ ਮਨੁੱਖੀ ਜਾਨਵਰਾਂ ਦੇ ਸੈੱਲ ਕਲਚਰ ਆਦਿ ਸ਼ਾਮਲ ਹੁੰਦੇ ਹਨ। ਮਨੁੱਖੀ ਜਾਂ ਜਾਨਵਰਾਂ ਦੀ ਸੈੱਲ ਕਲਚਰ। ਠੀਕ ਹੈ, ਇਹਦੇ ਵਿੱਚ ਸਾਰਾ ਲੈਬੋਰਟਰੀ ਵਾਲਾ ਆ ਗਿਆ ਜੀ, ਲੈਬਸ ਵਾਲਾ। ਠੀਕ ਹੈ, ਤੁਹਾਨੂੰ ਪਤਾ ਹੀ ਹੋਣਾ ਕਿ ਮਾਈਕਰੋਬਾਇਓਲੋਜੀ ਕਿਸ ਚੀਜ਼ ਨਾਲ ਰਿਲੇਟਡ ਹੁੰਦਾ, ਜੋ ਵੀ ਆਪਾਂ ਟੈਸਟ ਵਗੈਰਾ ਕਰਦੇ ਹਾਂ, ਸੈਂਪਲਸ ਲੈਂਦੇ ਹਾਂ, ਠੀਕ ਹੈ, ਅੱਗੇ ਉਹਨਾਂ ਨੂੰ ਜੋ ਵੀ ਦੇਖਿਆ ਜਾਂਦਾ ਹੈ, ਕਿਹਦੇ ਦੁਆਰਾ, ਮਸ਼ੀਨਾਂ ਦੁਆਰਾ ਦੇਖਿਆ ਜਾਂਦਾ, ਉਹ ਸਾਰਾ ਮਾਈਕਰੋਬਾਇਓਲੋਜੀ, ਜਿਵੇਂ ਬੈਕਟੀਰੀਆਜ਼, ਵਾਇਰਸਿਸ, ਉਹਨਾਂ ਦੇ ਉੱਪਰ ਅੱਗੇ ਸਰਚ ਕੀਤੀ ਜਾਂਦੀ ਹੈ। ਜਾਂ ਫਿਰ ਲੈਬਸ ਦੇ ਵਿੱਚ ਆਪਾਂ ਟੈਸਟ ਕਰਦੇ ਹਾਂ, ਬਲੱਡ ਟੈਸਟ ਕਰਦੇ ਹਾਂ, ਯੂਰਿਨ ਟੈਸਟ ਕਰਦੇ ਹਾਂ, ਫਿਰ ਉਹਨਾਂ ਦੇ ਵਿੱਚ ਕਲਚਰਸ ਵਗੈਰਾ ਹੁੰਦੇ ਨੇ, ਉਹਨਾਂ ਦੇ ਆਪਾਂ ਕੀ ਸਮਝ ਲਓ ਸੂਖਮ ਜੀਵਾਂ ਦੇ ਸਟਾਕ ਜਾਂ ਨਮੂਨੇ ਰੱਖਦੇ ਹਾਂ। ਜੋ ਵੀ ਸੂਖਮ ਜੀਵ ਆ ਮਤਲਬ ਕਿ ਜੋ ਵੀ ਆਪਣੇ ਬਲੱਡ ਜਾਂ ਯੂਰਿਨ ਨੂੰ ਟੈਸਟ ਕੀਤਾ ਜਾਂਦਾ, ਉਹਦੇ ਵਿੱਚ ਜਿਹੜੇ ਅੱਗੇ ਛੋਟੇ ਛੋਟੇ ਬੈਕਟੀਰੀਆਜ਼ ਹੁੰਦੇ ਨੇ ਨਾ, ਉਹਨਾਂ ਦੇ ਸਟਾਕ ਰੱਖੇ ਜਾਂਦੇ ਨੇ, ਜਾਂ ਨਮੂਨੇ ਕਹਿ ਲਓ ਰੱਖੇ ਜਾਂਦੇ ਆ। ਵੈਕਸੀਨਸ ਅਤੇ ਰਿਸਰਚ ਸੈਂਟਰ, ਵੈਕਸੀਨ ਕੀ ਹੁੰਦਾ, ਟੀਕਾ। ਠੀਕ ਹੈ, ਜਿਹੜਾ ਵੀ ਆਪਾਂ ਕਿਸੇ ਜੋ ਵੀ ਆਪਣੀ ਬਿਮਾਰੀ ਹੁੰਦੀ ਹੈ ਕੋਈ ਵੀ, ਉਹਦੇ ਲਈ ਟੀਕਾ ਬਣਾਉਂਦੇ ਆ ਉਹਨਾਂ ਦੇ ਵਿੱਚ, ਜਾਂ ਰਿਸਰਚ ਸੈਂਟਰਾਂ ਦੇ ਵਿੱਚ ਜਿੱਥੇ ਵੀ ਰਿਸਰਚ ਕੀਤੀ ਜਾਂਦੀ ਆ, ਜੋ ਵੀ ਉੱਥੇ, ਠੀਕ ਹੈ, ਜੋ ਵੀ ਮਨੁੱਖੀ ਜਾਂ ਜਾਨਵਰ ਦੇ ਜੋ ਸੈੱਲ ਕਲਚਰ ਵਗੈਰਾ ਆ ਗਏ, ਜੋ ਵੀ ਚੀਜ਼ ਉੱਥੇ ਜਨਰੇਟ ਹੋਏਗੀ ਉਹਨੂੰ ਆਪਾਂ ਕੈਟੇਗਰੀ 3 ਦੇ ਵਿੱਚ ਰੱਖਾਂਗੇ। ਠੀਕ ਹੈ, ਇਹ ਸਾਰੀ ਕੈਟੇਗਰੀ 3 ਆ ਜਾਂਦੀ ਹੈ। ਇਹਦਾ ਟਰੀਟਮੈਂਟ ਐਂਡ ਡਿਸਪੋਜ਼ਲ ਕੀ ਹੋਏਗਾ ਜੀ, ਆਊਟੋਕਲੇਵਿੰਗ ਦੇਖੋ ਬਹੁਤ ਹੀ ਇੰਪੋਰਟੈਂਟ ਹੈ। ਜਿਹੜੇ ਵਾਰਡ ਅਟੈਂਡੈਂਟ ਦਾ ਪੇਪਰ ਦੇਣ ਜਾ ਰਹੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਆਊਟੋਕਲੇਵਿੰਗ ਕੀ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਇੱਕ ਟੈਂਪਰੇਚਰ ਸੈੱਟ ਕੀਤਾ ਜਾਂਦਾ ਹੈ, ਡਰਾਈ ਹੀਟ ਹੁੰਦੀ ਹੈ, ਇਹ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ। ਆਊਟੋਕਲੇਵ ਹੁੰਦਾ ਕਿ ਉਹਦੇ ਵਿੱਚ ਆਪਾਂ ਇੰਸਟਰੂਮੈਂਟਸ ਜਾਂ ਕੋਈ ਵੀ ਚੀਜ਼ ਮੇਨਲੀ ਜਿਹੜੇ ਕਰਦੇ ਹਾਂ ਉੱਥੇ ਹਸਪੀਟਲ ਦੇ ਵਿੱਚ, ਇੰਸਟਰੂਮੈਂਟਸ ਆਪਾਂ ਕੀ ਕਰਦੇ ਹਾਂ, ਉਹਨਾਂ ਨੂੰ ਕਲੀਨ ਕਰਦੇ ਹੁੰਦੇ ਹਾਂ। ਠੀਕ ਹੈ, ਉਹਨਾਂ ਨੂੰ ਮਤਲਬ ਸਟਰਲਾਈਜ਼ ਕਰਦੇ ਹੁੰਦੇ ਹਾਂ, ਆਊਟੋਕਲੇਵ ਹੁੰਦਾ। ਇਹਦੇ ਵਿੱਚ ਵੀ, ਠੀਕ ਹੈ, ਇਹ ਚੀਜ਼ਾਂ ਨੂੰ ਵੀ ਆਊਟੋਕਲੇਵਿੰਗ ਕੀਤਾ ਜਾਂਦਾ ਹੈ। ਵੱਡੇ ਪੱਧਰ 'ਤੇ ਹੁੰਦਾ, ਉਹ ਆਪਾਂ ਛੋਟੇ ਲੈਵਲ 'ਤੇ ਕਰਦੇ ਹਾਂ ਜੋ ਵੀ ਹਸਪੀਟਲ ਦੇ ਵਿੱਚ ਕਰਦੇ ਹਾਂ। ਮਾਈਕ੍ਰੋਵੇਵਿੰਗ ਸੇਮ ਜਿਵੇਂ ਮਾਈਕ੍ਰੋਵੇਵ ਹੁੰਦੇ ਨੇ ਉੱਦਾਂ ਦੇ ਵਿੱਚ, ਠੀਕ ਹੈ, ਕੀਤਾ ਜਾਂਦਾ। ਟਰੀਟ, ਇਨਸਿਨਰੇਸ਼ਨ, ਜਲਾਇਆ ਜਾਂਦਾ ਜੀ। ਅਗਲਾ ਹੈ ਜੀ ਕੈਟੇਗਰੀ 4। ਇਹਦੇ ਵਿੱਚ ਕੀ ਆਏਗਾ, ਇਸ ਦੇ ਵਿੱਚ ਸ਼ਾਰਪ ਮਤਲਬ ਤਿੱਖੀਆਂ ਚੀਜ਼ਾਂ, ਜੋ ਵੀ ਸ਼ਾਰਪਸ ਨੇ ਇਹਦੇ ਵਿੱਚ ਉਹ ਆ ਜਾਣਗੇ, ਜਿਵੇਂ ਸੂਈ ਆ ਗਈ ਜੀ, ਸਰਿੰਜ ਆ ਗਈ ਜੀ। ਠੀਕ ਹੈ, ਸਕਾਲਪਲ ਬਲੇਡ, ਇਹ ਹੁੰਦੇ ਨੇ ਜਿਹੜੇ ਸਰਜਰੀ, ਜੋ ਵੀ ਆਪਰੇਸ਼ਨ ਹੁੰਦਾ ਉਹਦੇ ਵਿੱਚ ਇੱਕ ਬਲੇਡ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ, ਉਹ ਬਲੇਡਸ ਨੂੰ ਆਪਾਂ ਸਕਾਲਪਲ ਕਹਿੰਦੇ ਹਾਂ। ਗਲਾਸ ਮਤਲਬ ਕੱਚ ਜੋ ਵੀ ਆ ਗਿਆ। ਠੀਕ ਹੈ, ਸਾਰਾ ਕੱਚ ਇਹਦੇ 'ਚ ਆ ਜਾਂਦਾ ਕਿਉਂਕਿ ਕੱਚ ਤਿੱਖਾ ਹੁੰਦਾ, ਇਹ ਸਾਰੇ 'ਚ ਆ ਜਾਣਗੀਆਂ।
ਇਹ ਚੀਜ਼ਾਂ ਉਹ ਹੁੰਦੀਆਂ ਨੇ ਜਿਹੜੀਆਂ ਪੰਚਰ ਕਰ ਸਕਦੀਆਂ ਨੇ ਜਾਂ ਕੱਟ ਲਗਾ ਸਕਦੀਆਂ ਨੇ। ਆਪਾਂ ਜੋ ਵੀ ਕੰਟੇਨਰ ਹੁੰਦੇ ਨੇ ਉਹਨਾਂ ਨੂੰ ਕੀ ਕਰ ਸਕਦੇ ਨੇ, ਇਹ ਪੰਚਰ ਕਰ ਸਕਦੀਆਂ ਨੇ। ਇਸ ਲਈ ਇਹ ਇਹਦੇ ਵਿੱਚ ਜਿਹੜੇ ਸ਼ਾਰਪਸ ਹੁੰਦੀਆਂ ਨੇ, ਜਿਹੜੀਆਂ ਤਿੱਖੀਆਂ ਚੀਜ਼ਾਂ ਹੁੰਦੀਆਂ ਨੇ, ਉਹ ਯੂਜ਼ਡ ਵੀ ਹੋ ਸਕਦੀਆਂ ਨੇ, ਅਨਯੂਜ਼ਡ ਵੀ ਹੋ ਸਕਦੀਆਂ ਨੇ। ਠੀਕ ਹੈ, ਸਾਰੇ ਜਿਹੜੇ ਤਿੱਖੀਆਂ ਚੀਜ਼ਾਂ ਨੇ ਉਹ ਕੈਟੇਗਰੀ 4 ਦੇ ਵਿੱਚ ਆਉਣਗੀਆਂ। ਇਹਦਾ ਟ੍ਰੀਟਮੈਂਟ ਐਂਡ ਡਿਸਪੋਜ਼ਲ ਕੀ ਹੋਏਗਾ ਜੀ? ਡਿਸਇਨਫੈਕਸ਼ਨ। ਡਿਸਇਨਫੈਕਸ਼ਨ ਕੀ ਹੁੰਦਾ ਜੀ? ਕਿਸੇ ਚੀਜ਼ ਨੂੰ ਸਾਫ਼ ਕਰਨਾ। ਸਾਫ਼ ਕਰਨਾ ਮਤਲਬ ਸਾਫ਼ ਕਿਸ ਚੀਜ਼ ਤੋਂ ਕਰਨਾ? ਇਨਫੈਕਸ਼ੀਅਸ ਜੋ ਵੀ ਉੱਥੇ ਆਰਗੇਨਿਜ਼ਮ ਹੁੰਦੇ ਨੇ। ਇਨਫੈਕਸ਼ੀਅਸ ਆਰਗੇਨਿਜ਼ਮ ਮਤਲਬ ਕੋਈ ਵਾਇਰਸ, ਕੋਈ ਬੈਕਟੀਰੀਆ, ਠੀਕ ਹੈ, ਕੋਈ ਫੰਗੀ, ਕੋਈ ਵੀ ਚੀਜ਼ ਜਿਹਦੇ ਨਾਲ ਆਪਾਂ ਨੂੰ ਇਨਫੈਕਸ਼ਨ ਹੋਣ ਦੇ ਜਾਂ ਮਤਲਬ ਬਿਮਾਰ ਹੋਣ ਦੇ ਚਾਂਸ ਹੁੰਦੇ ਨੇ। ਜਿੱਦਾਂ ਹੌਸਪੀਟਲਸ ਦੇ ਵਿੱਚ ਜ਼ਿਆਦਾਤਰ ਜਿਹੜੇ ਸਰਫੇਸਿਸ ਹੁੰਦੇ ਨੇ, ਹਰ ਇੱਕ ਚੀਜ਼ ਹੁੰਦੀ ਹੈ ਉਹ ਇਨਫੈਕਟਡ ਹੁੰਦੀ ਹੈ। ਮਤਲਬ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਮਰੀਜ਼ ਆਉਂਦੇ ਨੇ, ਅਲੱਗ-ਅਲੱਗ ਬਿਮਾਰੀਆਂ ਵਾਲੇ ਹੁੰਦੇ ਨੇ। ਠੀਕ ਹੈ, ਕੋਈ ਖੰਘਦਾ ਆ ਜਾਂ ਫਿਰ ਕੋਈ ਕਿਤੇ ਕਿਸੇ ਜਗ੍ਹਾ 'ਤੇ ਹੱਥ ਰੱਖ ਦਿੰਦਾ ਆ, ਉਹ ਚੀਜ਼ ਅੱਗੇ ਜਿਹੜੇ ਉਹਨਾਂ ਦੇ ਬੈਕਟੀਰੀਆਜ਼, ਵਾਇਰਸ ਹੁੰਦੇ ਨੇ, ਹਰ ਇੱਕ ਜਗ੍ਹਾ 'ਤੇ ਫੈਲ ਜਾਂਦੇ ਨੇ। ਆਪਾਂ ਇਸ ਲਈ ਹੌਸਪੀਟਲਸ ਦੇ ਵਿੱਚ ਡਿਸਇਨਫੈਕਸ਼ਨ ਕਰਦੇ ਹੁੰਦੇ ਹਾਂ। ਜਿਹੜੀ ਡਿਸਇਨਫੈਕਸ਼ਨ ਹੈ ਜੀ, ਅਲੱਗ-ਅਲੱਗ ਅੱਗੇ ਅਲੱਗ-ਅਲੱਗ ਇਹਦੇ ਮੈਥਡਸ ਹੁੰਦੇ ਨੇ। ਕੋਈ ਕੈਮੀਕਲ, ਠੀਕ ਆ, ਯੂਜ਼ ਕੀਤੇ ਜਾਂਦੇ ਨੇ, ਕੋਈ ਆਪਾਂ ਇਹਦੇ ਵਿੱਚ ਕੋਈ ਗੈਸ ਯੂਜ਼ ਕਰਦੇ ਹਾਂ, ਜਾਂ ਫਿਰ ਆਪਾਂ ਸਿੰਪਲ ਜਿੱਦਾਂ ਕਈ ਵਾਰ ਡੈਟੋਲ ਯੂਜ਼ ਕਰਦੇ ਹਨ। ਤੁਸੀਂ ਡੈਟੋਲ ਨਾਲ ਅਗਰ ਘਰੇ ਸਫਾਈ ਕਰ ਦਿਓ, ਉਹ ਵੀ ਡਿਸਇਨਫੈਕਸ਼ਨ ਇੱਕ ਪ੍ਰੋਸੈਸ ਹੁੰਦਾ। ਠੀਕ ਹੈ, ਇਸ ਲਈ ਦੇ ਵਿੱਚ ਕੀ ਕਰਦੇ ਆਪਾਂ? ਡਿਸਇਨਫੈਕਸ਼ਨ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ। ਡਿਸਇਨਫੈਕਟ ਕਰਨ ਤੋਂ ਬਾਅਦ ਆਪਾਂ ਉਹਨਾਂ ਦਾ ਕੈਮੀਕਲ ਟ੍ਰੀਟਮੈਂਟ ਕਰਦੇ ਹਾਂ। ਡਿਸਇਨਫੈਕਸ਼ਨ ਜਿਹੜੀ ਕਰਦੇ ਆਪਾਂ ਕੈਮੀਕਲਸ ਨਾਲ ਕਰਦੇ ਹਾਂ ਇਹਦੇ ਵਿੱਚ। ਠੀਕ ਹੈ, ਕੋਈ ਜਿੱਦਾਂ ਆਪਾਂ ਕੋਈ ਸੋਲਿਊਸ਼ਨ ਪਾ ਦਿੰਦੇ ਹਾਂ। ਜ਼ਿਆਦਾਤਰ ਜਿਹੜਾ ਇਹਦੇ ਵਿੱਚ ਹੌਸਪੀਟਲਸ ਦੇ ਵਿੱਚ ਡਿਸਇਨਫੈਕਸ਼ਨ ਲਈ ਜਾਂ ਟ੍ਰੀਟਮੈਂਟ ਲਈ ਯੂਜ਼ ਕੀਤਾ ਜਾਂਦਾ, ਹਾਈਪੋਕਲੋਰਾਈਟ ਯੂਜ਼ ਕੀਤਾ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਇਹਨੂੰ ਆਪਾਂ ਆਊਟੋਕਲੇਵ ਕਰਦੇ ਹਾਂ ਜਾਂ ਮਾਈਕ੍ਰੋਵੇਵ ਕਰਦੇ ਹਾਂ ਜਾਂ ਸ਼ਰੈਡਿੰਗ। ਦੇਖੋ ਸ਼ਰੈਡਿੰਗ ਕੀ ਹੁੰਦਾ? ਸ਼ਰੈਡਿੰਗ ਹੁੰਦਾ ਕਿਸੇ ਚੀਜ਼ ਨੂੰ ਬਹੁਤ ਹੀ ਸੂਖਮ, ਬਹੁਤ ਹੀ ਛੋਟੇ ਹਿੱਸਿਆਂ ਦੇ ਵਿੱਚ ਤੋੜ ਦੇਣਾ। ਠੀਕ ਹੈ, ਉਹਨੂੰ ਸ਼ਰੈਡਿੰਗ ਕਹਿੰਦੇ ਨੇ, ਤਾਂ ਕਿ ਉਹ ਉਸ ਚੀਜ਼ ਨੂੰ ਮਤਲਬ ਅੱਗੇ ਜਿੱਦਾਂ, ਕਿਉਂਕਿ ਸਾਰੇ ਤਿੱਖੀਆਂ ਚੀਜ਼ਾਂ ਨੇ ਨਾ, ਸਿਰਿੰਜ ਹੋ ਗਈ ਜਾਂ ਕੱਚ ਹੋ ਗਿਆ, ਬਲੇਡਸ ਹੋ ਗਏ, ਇਹ ਤਿੱਖੀਆਂ ਨੇ, ਇਸ ਲਈ ਇਹ ਕੰਟੇਨਰ ਨੂੰ ਵੀ, ਠੀਕ ਹੈ, ਖ਼ਰਾਬ ਕਰ ਸਕਦੇ ਨੇ। ਜਾਂ ਜਿਹੜਾ ਕੈਰੀਅਰ ਜੋ ਮੰਨ ਲਓ ਕੋਈ ਬੰਦਾ ਜਿਹੜਾ ਵੀ ਇਹਨੂੰ ਲੈ ਕੇ ਕੈਰੀ ਕਰਕੇ ਲੈ ਕੇ ਜਾਂਦਾ ਆ ਇਸ ਵੇਸਟੇਜ ਨੂੰ, ਉਹਨੂੰ ਵੀ, ਠੀਕ ਹੈ, ਇਨਫੈਕਟਡ ਕਰ ਸਕਦੀਆਂ ਨੇ, ਲੱਗ ਸਕਦੀਆਂ ਨੇ। ਇਸ ਲਈ ਸ਼ਰੈਡਿੰਗ ਕੀਤੀ ਜਾਂਦੀ ਇਹਨਾਂ ਦੀ। ਠੀਕ ਹੈ, ਇਹਨਾਂ ਨੂੰ ਬਹੁਤ ਹੀ ਛੋਟੇ-ਛੋਟੇ ਹਿੱਸਿਆਂ ਦੇ ਵਿੱਚ, ਜਿਵੇਂ ਤੁਸੀਂ ਕੱਚ ਦੇਖਿਆ ਹੋਊਗਾ ਨਾ ਟੁੱਟਿਆ, ਬਹੁਤ ਹੀ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਇਹਨੂੰ ਤੋੜ ਕੇ ਫਿਰ ਇਹਨੂੰ ਡਿਸਪੋਜ਼ ਆਫ ਕੀਤਾ ਜਾਂਦਾ। ਠੀਕ ਹੈ ਜੀ, ਨੈਕਸਟ ਕਰਾਂਗੇ ਆਪਾਂ ਕੈਟੇਗਰੀ 5। ਕੈਟੇਗਰੀ 5 ਦੇ ਵਿੱਚ ਕੀ ਆਏਗਾ? ਇਸ ਵਿੱਚ ਡਿਸਕਾਰਡਡ ਦਵਾਈਆਂ ਅਤੇ ਸਾਈਟੋਟੌਕਸਿਕ ਦਵਾਈਆਂ ਸ਼ਾਮਿਲ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਵਿੱਚ ਪੁਰਾਣੀਆਂ ਅਤੇ ਖਰਾਬ ਦਵਾਈਆਂ ਵੀ ਸ਼ਾਮਿਲ ਹੁੰਦੀਆਂ ਹਨ। ਕੈਟੇਗਰੀ 5 ਦੇ ਵਿੱਚ ਕੀ ਆ ਜਾਏਗਾ? ਸਾਰੀਆਂ ਦਵਾਈਆਂ ਜੋ ਖਰਾਬ ਹੋਈਆਂ ਵੀ, ਜਿਨ੍ਹਾਂ ਦੀ ਮਿਆਦ ਨਿਕਲੀ ਹੁੰਦੀ ਹੈ ਜੀ, ਜਾਂ ਫਿਰ ਸਾਈਟੋਟੌਕਸਿਕ। ਸਾਈਟੋਟੌਕਸਿਕ ਕਿਹੜੀਆਂ ਦਵਾਈਆਂ ਹੁੰਦੀਆਂ ਨੇ? ਇਹ ਜਿਹੜੀਆਂ ਦਵਾਈਆਂ ਨੇ ਜੀ ਬਹੁਤ ਹੀ ਹਾਰਮਫੁਲ ਹੁੰਦੀਆਂ ਨੇ, ਡੇਂਜਰਸ ਹੁੰਦੀਆਂ ਨੇ। ਇਹ ਆਪਾਂ ਜ਼ਿਆਦਾਤਰ ਕੈਂਸਰਸ ਵਗੈਰਾ ਨੂੰ ਟਰੀਟ ਕਰਨ ਲਈ ਯੂਜ਼ ਕਰਦੇ ਹਾਂ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਇਹ ਜਿਹੜੀਆਂ ਦਵਾਈਆਂ ਨੇ, ਸੈਲਸ ਦੀ ਗਰੋਥ ਨੂੰ ਰੋਕ ਦਿੰਦੀਆਂ ਨੇ। ਅਗਰ ਨੋਰਮਲੀ ਆਪਾਂ ਇਹ ਦਵਾਈਆਂ ਦੇ ਕੰਟੈਕਟ ਵਿੱਚ ਆਵਾਂਗੇ ਤਾਂ ਇਹ ਤਾਂ ਆਪਣੇ ਲਈ ਬਹੁਤ ਹੀ ਨੁਕਸਾਨਦਾਇਕ ਹੁੰਦੀਆਂ ਨੇ। ਇਸ ਲਈ ਇਹ ਦਵਾਈਆਂ ਜਿਹੜੇ ਸਾਰੀਆਂ ਨੇ ਇਹ ਕੈਟੇਗਰੀ 5 'ਚ ਆਉਣਗੀਆਂ। ਇਹਦਾ ਟ੍ਰੀਟਮੈਂਟ ਐਂਡ ਡਿਸਪੋਜ਼ਲ ਕੀ ਹੋਏਗਾ? ਇਨਸਿਨਰੇਸ਼ਨ, ਠੀਕ ਹੋਈ, ਇਹਨੂੰ ਜਲਾਉਣਾ। ਡਿਸਟਰਕਸ਼ਨ ਐਂਡ ਡਰੱਗ ਡਿਸਪੋਜ਼ਲ ਇਨ ਸਿਕਿਉਰਡ ਲੈਂਡਫਿਲ। ਠੀਕ ਹੈ, ਡਿਸਟਰਕਸ਼ਨ ਮਤਲਬ ਉਹਨੂੰ ਡਿਸਟਰੋਏ ਕਰਨਾ, ਪਹਿਲਾਂ ਜਿਹੜੀਆਂ ਵੀ ਦਵਾਈਆਂ ਸੀਗੀਆਂ ਉਹਨਾਂ ਨੂੰ ਮਤਲਬ ਕਿਸੇ ਵੀ ਟੈਕਨੀਕ ਜਾਂ ਮੈਥਡ ਨਾਲ, ਜਿੱਦਾਂ ਕੈਮੀਕਲਸ ਵਗੈਰਾ ਨਾਲ, ਇਹਨਾਂ ਨੂੰ ਆਪਾਂ ਇਹਨਾਂ ਦਾ ਅਸਰ ਖਤਮ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਕੀ ਕਰਨਾ ਹੁੰਦਾ, ਜਾਂ ਤੁਸੀਂ ਕਹਿ ਲਓ ਇਹਨਾਂ ਨੂੰ ਤੋੜ ਦਿੰਦੇ ਹਾਂ ਆਪਾਂ, ਜਿੱਦਾਂ ਵੀ ਇਹਨੂੰ ਡਿਸਟਰੋਏ ਕਰਨਾ ਹੁੰਦਾ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਡਿਸਪੋਜ਼ ਕਰਨਾ ਸਿਕਿਉਰਡ ਲੈਂਡਫਿਲ ਦੇ ਵਿੱਚ। ਸਿਕਿਉਰਡ ਲੈਂਡਫਿਲ ਮਤਲਬ ਜਿਹੜੀ ਜ਼ਮੀਨ 'ਤੇ ਆਪਾਂ ਇਹਨੂੰ ਡਿਸਪੋਜ਼ ਆਫ ਕਰਨਾ, ਉਹ ਜ਼ਮੀਨ ਜਿਹੜੀ ਹੈਗੀ ਬਹੁਤ ਦੂਰ ਹੋਣੀ ਚਾਹੀਦੀ ਹੈ ਕਮਿਊਨਿਟੀ ਜਾਂ ਲਿਵਿੰਗ ਏਰੀਆਜ਼ ਦੇ ਵਿੱਚੋਂ। ਇਸ ਤੋਂ ਇਲਾਵਾ ਜਿਹੜੀਆਂ ਇਹ ਦਵਾਈਆਂ ਨੇ, ਜਦੋਂ ਆਪਾਂ ਇਹਨਾਂ ਨੂੰ ਡਿਸਪੋਜ਼ ਆਫ ਕਰਦੇ ਹਾਂ, ਉਹ ਜ਼ਮੀਨ ਦੇ ਵਿੱਚ ਆਪਾਂ ਨੂੰ ਥੋੜ੍ਹਾ ਬਹੁਤ ਪੱਟ ਕੇ, ਜਾਂ ਕਹਿ ਲਓ ਤੁਸੀਂ ਉਹਦੇ ਵਿੱਚ ਆਪਾਂ ਦਬਾ ਦਿੰਦੇ ਹੁੰਦੇ ਹਾਂ। ਠੀਕ ਹੈ, ਸਿਕਿਉਰਡ ਲੈਂਡਫਿਲ ਹੁੰਦੀ ਹੈ। ਅੱਗੇ ਕੈਟੇਗਰੀ 6 ਇਹਦੇ ਵਿੱਚ ਕੀ ਆਏਗਾ? ਇਸ ਵਿੱਚ ਸੋਇਲਡ ਯਾਨੀ ਖਰਾਬ ਵੇਸਟ ਆ ਜਾਂਦੀ ਹੈ। ਸੋਇਲਡ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਡਰੈਸਿੰਗਸ ਜਾਂ ਤੁਸੀਂ ਕਹਿ ਸਕਦੇ ਕਿ ਪੱਟੀਆਂ ਦੇਖੀਆਂ ਹੋਣੀਆਂ ਨੇ, ਜਿਹੜੀਆਂ ਖੂਨ ਨਾਲ ਖਰਾਬ ਹੋ ਜਾਂਦੀਆਂ ਨੇ ਜਾਂ ਪੀਕ ਵਗੈਰਾ ਨਾਲ ਖਰਾਬ ਹੋਈਆਂ ਹੁੰਦੀਆਂ ਨੇ, ਆਪਾਂ ਉਹਨਾਂ ਨੂੰ ਸੋਇਲਡ ਕਹਿੰਦੇ ਹਾਂ। ਠੀਕ ਹੈ, ਇਹਦੇ ਵਿੱਚ ਕੀ ਆਊਗਾ? ਖੂਨ ਨਾਲ ਲਿਬੜੀਆਂ ਚੀਜ਼ਾਂ, ਰੂੰ, ਡਰੈਸਿੰਗ ਮਤਲਬ ਪੱਟੀਆਂ, ਗੰਦੇ ਪਲਾਸਟਰ ਦੀ ਕਾਸਟ, ਪਲਾਸਟਰ ਵਗੈਰਾ ਜੋ ਪਹਿਲਾਂ ਕੀਤਾ ਹੁੰਦਾ ਉਹਨੂੰ ਜਦੋਂ ਉਤਾਰਦੇ ਹਾਂ। ਠੀਕ ਹੈ, ਲਿਨਨ ਬਿਸਤਰੇ, ਲਿਨਨ ਚਾਦਰਾਂ ਵਗੈਰਾ ਆ ਗਈਆਂ, ਬਿਸਤਰੇ ਆ ਗਏ, ਜਾਂ ਕੋਈ ਵੀ ਚੀਜ਼, ਜਾਂ ਖੂਨ ਜਾਂ ਬੋਡੀ ਫਲੂਇਡਸ ਨਾਲ ਜਿਹੜੀ ਦੂਸ਼ਿਤ ਜਾਂ ਤੁਸੀਂ ਕਹ ਲਓ ਇਨਫੈਕਟਡ ਹੋਈ ਹੁੰਦੀ ਹੈ, ਉਹ ਕੈਟੇਗਰੀ 6 ਦੇ ਵਿੱਚ ਆਉਂਦੀ ਹੈ। ਇਹਦਾ ਟ੍ਰੀਟਮੈਂਟ ਐਂਡ ਡਿਸਪੋਜ਼ਲ ਕੀ ਹੋਏਗਾ? ਇਨਸਿਨਰੇਸ਼ਨ,
ਆਪਾਂ ਉਹਨੂੰ ਜਲਾਉਣਾ ਆ, ਆਟੋਕਲੇਵ ਕਰ ਸਕਦੇ ਹਾਂ ਜਾਂ ਮਾਈਕ੍ਰੋਵੇਵਿੰਗ ਕਰ ਸਕਦੇ ਹਾਂ। ਨੈਕਸਟ ਹੈਗਾ ਕੈਟੇਗਰੀ 7। ਕੈਟੇਗਰੀ 7 ਦੇ ਵਿੱਚ ਕੀ ਆਏਗਾ? ਪਲਾਸਟਿਕ ਦੀਆਂ ਡਿਸਪੋਜ਼ੇਬਲ ਚੀਜ਼ਾਂ। ਡਿਸਪੋਜ਼ੇਬਲ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ? ਤੁਸੀਂ ਘਰਾਂ ਦੇ ਵਿੱਚ ਡਿਸਪੋਜ਼ੇਬਲ ਪਲੇਟਸ ਔਰ ਗਲਾਸਿਸ ਯੂਜ਼ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਠੀਕ ਹੈ ਉੱਦਾਂ ਦੀਆਂ ਜਿਹੜੀ ਵੀ ਪਲਾਸਟਿਕ ਹੁੰਦੀ ਹੈ ਉਹ ਡਿਸਪੋਜ਼ੇਬਲ ਕਹਿੰਦੇ ਨੇ। ਮਤਲਬ ਆਪਾਂ ਇਹ ਯੂਜ਼ ਕਰਨ ਤੋਂ ਬਾਅਦ ਸੁੱਟਣੀ ਹੁੰਦੀ ਹੈ। ਇਹਦੇ ਵਿੱਚ IV ਸੈਟਸ ਆ ਜਾਣਗੇ, ਟਿਊਬਸ ਆ ਜਾਣਗੀਆਂ, ਕੈਥੇਟਰਸ। IV ਸੈਟ ਤੁਸੀਂ ਦੇਖਿਆ ਹੋਣਾ ਕਿ ਫਲੂਇਡ ਜਦੋਂ ਆਪਾਂ ਕੋਈ ਹਸਪੀਟਲ ਦੇ ਵਿੱਚ ਫਲੂਇਡ ਲੱਗਿਆ ਹੁੰਦਾ ਉਹਦੇ ਜਿਹੜੀ ਪਾਈਪ ਜਾਂਦੀ ਹੁੰਦੀ ਹੈ ਸੈਟਸ ਦੇ ਥਰੂ, ਠੀਕ ਹੈ, ਵੇਨ ਦੇ ਵਿੱਚ, ਉਹ ਸਾਰੀ ਪਾਈਪ ਵਗੈਰਾ ਜਾਂ ਟਿਊਬ ਕਹਿ ਲਓ। ਕੈਥੇਟਰਸ ਆਪਣੀਆਂ ਜਿਹੜੀਆਂ ਆਪਾਂ ਹਸਪੀਟਲ ਦੇ ਵਿੱਚ ਯੂਜ਼ ਕਰਦੇ ਹਾਂ, ਕੈਥੇਟਰਸ, ਬਾਥਰੂਮ ਦੀਆਂ ਨਾਲੀਆਂ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਇਹਨਾਂ ਨੂੰ। ਇਹ ਸਾਰੀਆਂ ਕੈਟੇਗਰੀ 7 ਦੇ ਵਿੱਚ ਆ ਜਾਂਦੇ ਨੇ। ਇਹ ਡਿਸਪੋਜ਼ੇਬਲ ਪਲਾਸਟਿਕ ਹੁੰਦੀ ਹੈ। ਟ੍ਰੀਟਮੈਂਟ ਐਂਡ ਡਿਸਪੋਜ਼ਲ ਕੀ ਹੋਏਗਾ? ਡਿਸਇਨਫੈਕਸ਼ਨ ਕਰਨੀ ਹੈ, ਠੀਕ ਹੈ। ਡਿਸਇਨਫੈਕਸ਼ਨ ਮਤਲਬ ਕਿ ਇਹਨਾਂ ਨੂੰ ਕੀ ਕਰਨਾ? ਆਪਾਂ ਸਾਫ਼ ਕਰਨਾ ਕੈਮੀਕਲਸ ਦੇ ਨਾਲ। ਫਿਰ ਆਟੋਕਲੇਵ ਕਰ ਸਕਦੇ ਹਾਂ ਜਾਂ ਮਾਈਕ੍ਰੋਵੇਵ ਕਰ ਸਕਦੇ ਹਾਂ ਜਾਂ ਸ਼ਰੈਡਿੰਗ ਕਰ ਸਕਦੇ ਹਾਂ। ਸ਼ਰੈਡਿੰਗ ਦਾ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਮਤਲਬ ਕੀ ਹੁੰਦਾ ਇਹਨੂੰ। ਇਹਦੇ ਵਿੱਚ ਕੀ ਕਰਦੇ ਆਪਾਂ? ਕੋਈ ਵੀ ਜਿਹੜੀ ਵੀ ਚੀਜ਼ ਹੈ, ਕੋਈ ਮੰਨ ਲਓ ਪਲਾਸਟਿਕ ਦੀ ਚੀਜ਼ ਹੈ ਜਾਂ ਕੰਚ ਦੀ ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਨੂੰ ਅੱਗੇ ਨੁਕਸਾਨ ਪਹੁੰਚਾ ਸਕਦੀ ਹੈ, ਇਹਨਾਂ ਨੂੰ ਆਪਾਂ ਕੀ ਕਰਦੇ ਹਾਂ? ਬਹੁਤ ਹੀ ਛੋਟੇ ਛੋਟੇ ਸੂਖਮ, ਠੀਕ ਹੈ, ਟੁਕੜਿਆਂ ਦੇ ਵਿੱਚ ਤੋੜ ਦਿੰਦੇ ਹਾਂ। ਜਦੋਂ ਇਹ ਸੂਖਮ ਜਾਂ ਬਹੁਤ ਹੀ ਛੋਟੇ ਹਿੱਸਿਆਂ ਦੇ ਵਿੱਚ ਟੁੱਟ ਜਾਏਗੀ ਚੀਜ਼, ਤਾਂ ਉਹ ਕੀ ਕਰੇਗੀ? ਅੱਗੇ ਆਪਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕੇਗੀ। ਇਹਨੂੰ ਇਸ ਤੋਂ ਬਾਅਦ ਆਪਾਂ ਡਿਸਪੋਜ਼ ਆਫ ਕਰ ਦਿੰਦੇ ਹਾਂ। ਕੈਟੇਗਰੀ 8 ਆ ਗਿਆ। ਕੈਟੇਗਰੀ 8 ਦੇ ਵਿੱਚ ਸਾਰੀ ਜਿਹੜੀ ਲਿਕੁਇਡ ਵੇਸਟੇਜ ਹੈ, ਤਰਲ ਵੇਸਟੇਜ ਹੈ, ਉਹ ਆ ਜਾਏਗੀ ਜੋ ਵੀ ਲੈਬਸ ਦੇ ਵਿੱਚੋਂ ਪੈਦਾ ਹੁੰਦੀ ਹੈ। ਜਿਵੇਂ ਆਪਾਂ ਜਦੋਂ ਲੈਬਸ ਦੇ ਵਿੱਚ ਸਫਾਈ ਕਰਦੇ ਹਾਂ ਜਾਂ ਡਿਸਇਨਫੈਕਸ਼ਨ ਕਰਦੇ ਹਾਂ, ਇਹ ਪ੍ਰੋਸੈਸ ਦੇ ਵਿੱਚ ਜੋ ਵੀ ਆਪਾਂ ਕੈਮੀਕਲਸ ਯੂਜ਼ ਕਰਦੇ ਹਾਂ ਉਹਦੇ ਨਾਲ ਕੀ ਹੋਏਗਾ? ਲਿਕੁਇਡ ਵੇਸਟ ਜਨਰੇਟ ਹੋਏਗੀ। ਉਹ ਕੈਟੇਗਰੀ 8 ਦੇ ਵਿੱਚ ਆ ਜਾਓ। ਨੈਕਸਟ ਹੈ ਕੈਟੇਗਰੀ 8 ਦੇ ਵਿੱਚ ਜੋ ਵੀ ਲਿਕੁਇਡ ਵੇਸਟ ਹੁੰਦੀ ਹੈ ਉਹਦਾ ਟ੍ਰੀਟਮੈਂਟ ਐਂਡ ਡਿਸਪੋਜ਼ਲ ਕਿਵੇਂ ਕਰਨਾ ਹੈ? ਉਹਨੂੰ ਵੀ ਅੱਗੇ ਆਪਾਂ ਡਿਸਇਨਫੈਕਟ ਕਰਦੇ ਹਾਂ ਕੈਮੀਕਲਸ ਨਾਲ। ਉਸ ਤੋਂ ਬਾਅਦ ਉਹਨੂੰ ਆਪਾਂ ਕੀ ਕਰਦੇ ਹਾਂ? ਡਿਸਚਾਰਜ ਕਰ ਦਿੰਦੇ ਹਾਂ ਡਰੇਨਸ ਦੇ ਵਿੱਚ। ਮਤਲਬ ਜਿਹੜੇ ਲਿਕੁਇਡ ਵੇਸਟ ਹੈ ਇਹਨੂੰ ਕੈਮੀਕਲਸ ਨਾਲ ਟਰੀਟ ਕਰਨ ਤੋਂ ਬਾਅਦ, ਕੈਮੀਕਲਸ ਦੇ ਨਾਲ ਸੋਧਣ ਤੋਂ ਬਾਅਦ, ਰਸਾਇਣਾਂ ਦੇ ਨਾਲ ਸੋਧਣ ਤੋਂ ਬਾਅਦ ਆਪਾਂ ਸੀਵਰੇਜ ਦੇ ਵਿੱਚ ਉਹਨੂੰ ਬਾਹਰ ਕੱਢ ਦਿੰਦੇ ਹਾਂ, ਠੀਕ ਹੈ। ਕੈਟੇਗਰੀ 9 ਇਹਦੇ ਵਿੱਚ ਇਨਸਿਨਰੇਸ਼ਨ ਕੀ ਪੜ੍ਹਿਆ ਸੀ ਆਪਾਂ? ਭਸਮ ਕਰਨਾ ਜਾਂ ਜਲਾਉਣਾ। ਉਹ ਤੋਂ ਬਾਅਦ ਜੋ ਵੀ ਰਾਖ ਪੈਦਾ ਹੁੰਦੀ ਹੈ, ਕਿਸੇ ਵੀ ਚੀਜ਼ ਨੂੰ ਤੁਸੀਂ ਜਦੋਂ ਜਲਾਉਂਦੇ ਹੋ, ਚਾਹੇ ਉਹ ਕੋਈ ਮਨੁੱਖੀ ਸਰੀਰ ਹੈ, ਚਾਹੇ ਉਹ ਕੋਈ ਇਨਫੈਕਟਡ ਚੀਜ਼ ਹੈ, ਉਸ ਤੋਂ ਬਾਅਦ ਜਿਹੜੀ ਉਹਦੀ ਰਾਖ ਪੈਦਾ ਹੁੰਦੀ ਹੈ ਉਹਨੂੰ ਅੱਗੇ ਆਪਾਂ ਕੈਟੇਗਰੀ 9 'ਚ ਕਰਦੇ ਹਾਂ। ਅਤੇ ਉਹਨੂੰ ਟਰੀਟ ਐਂਡ ਡਿਸਪੋਜ਼ ਕਿਵੇਂ ਕਰਦੇ ਹਾਂ? ਮਿਊਨਸੀਪਲ ਲੈਂਡਫਿਲ ਦੇ ਵਿੱਚ, ਜੋ ਵੀ ਆਮ ਕੂੜੇ ਲਈ ਜੋ ਵੀ, ਠੀਕ ਹੈ, ਮਿਊਨਸੀਪਲ ਲੈਂਡਫਿਲ ਹੁੰਦੀ ਹੈ, ਉੱਥੇ ਆਪਾਂ ਉਸ ਰਾਖ ਨੂੰ ਦਬਾ ਦਿੰਦੇ ਹਾਂ। ਕੈਟੇਗਰੀ 10 ਇਹਦੇ ਵਿੱਚ ਕੀ ਆਏਗਾ? ਬਾਇਓਕੈਮੀਕਲਸ ਦੇ ਉਤਪਾਦਾਂ ਵਿੱਚ ਉਪਯੋਗ ਕੀਤੇ ਜਾਣ ਵਾਲੇ ਰਸਾਇਣ। ਜੋ ਵੀ ਕੈਮੀਕਲਸ ਆਪਾਂ ਬਾਇਓਕੈਮੀਕਲ ਨੂੰ ਪੈਦਾ ਕਰਨ, ਜਨਰੇਟ ਕਰਨ ਦੇ ਵਿੱਚ, ਜਾਂ ਤੁਸੀਂ ਕਹਿ ਲਓ ਬਣਾਉਣ ਦੇ ਲਈ, ਠੀਕ ਹੈ, ਆਪਾਂ ਯੂਜ਼ ਕਰਦੇ ਹਾਂ। ਜਾਂ ਫਿਰ ਡਿਸਇਨਫੈਕਸ਼ਨ ਦੇ ਲਈ ਆਪਾਂ ਜੋ ਵੀ ਕੈਮੀਕਲਸ ਯੂਜ਼ ਕਰਦੇ ਹਾਂ। ਜਾਂ ਇਸ ਤੋਂ ਇਲਾਵਾ ਇਹਦੇ ਵਿੱਚ, ਠੀਕ ਹੈ, ਕੀਟਨਾਸ਼ਕ ਦਵਾਈਆਂ ਆ ਜਾਂਦੀਆਂ ਨੇ, ਉਹ ਕੈਮੀਕਲਸ ਯੂਜ਼ ਕਰਦੇ ਆ ਕੀਟਨਾਸ਼ਕ ਨੂੰ ਬਣਾਉਣ ਦੇ ਲਈ। ਇਹ ਸਾਰੇ ਕੈਮੀਕਲਸ ਨੇ ਜਿਹੜੇ ਬਾਇਓਕੈਮੀਕਲਸ, ਇਹ ਕੈਟੇਗਰੀ 10 ਦੇ ਵਿੱਚ ਆ ਜਾਂਦੇ ਨੇ। ਟ੍ਰੀਟਮੈਂਟ ਐਂਡ ਡਿਸਪੋਜ਼ਲ ਕੀ ਹੋਏਗਾ? ਉਵੇਂ ਕੈਮੀਕਲ ਟ੍ਰੀਟਮੈਂਟ ਕਰਾਂਗੇ ਆਪਾਂ ਪਹਿਲਾਂ ਇਹਨਾਂ ਦਾ, ਕੈਮੀਕਲਸ ਦਾ। ਕੈਮੀਕਲ ਟ੍ਰੀਟਮੈਂਟ ਕਰਨ ਤੋਂ ਬਾਅਦ ਜਿਹੜੇ ਵੀ ਲਿਕੁਇਡਸ ਹੋਣਗੇ ਉਹਨਾਂ ਨੂੰ ਆਪਾਂ ਸੀਵਰੇਜ ਦੇ ਵਿੱਚ ਡਰੇਨ ਕਰ ਦਾਂਗੇ। ਜਿਹੜੇ ਸੋਲਿਡ ਸਖਤ ਹੋਣਗੇ ਚੀਜ਼ਾਂ ਉਹਨਾਂ ਨੂੰ ਆਪਾਂ ਲੈਂਡਫਿਲ ਦੇ ਵਿੱਚ, ਸਿਕਿਉਰਡ ਲੈਂਡਫਿਲ ਦੇ ਵਿੱਚ ਆਪਾਂ, ਠੀਕ ਹੈ, ਮਤਲਬ ਜ਼ਮੀਨ ਦੇ ਵਿੱਚ ਉੱਥੇ ਦਬਾ ਦਾਂਗੇ। ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੁਝ ਇੰਪੋਰਟੈਂਟ ਪੁਆਇੰਟਸ ਪੜ੍ਹਾਂਗੇ, ਜਿੱਦਾਂ ਬਾਇਓਮੈਡੀਕਲ ਵੇਸਟ ਰੂਲ ਦੇ ਬਾਰੇ। ਬਾਇਓਮੈਡੀਕਲ ਵੇਸਟ ਰੂਲ ਜਿਹੜਾ ਸਭ ਤੋਂ ਪਹਿਲਾਂ ਕਦੋਂ ਲਾਗੂ ਹੋਇਆ ਸੀਗਾ? 1 ਜੁਲਾਈ 1998, ਠੀਕ ਹੈ। ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਜਿਹੜਾ ਕੁਐਸਚਨ ਹੈ ਇੰਪੋਰਟੈਂਟ ਹੈ। ਜ਼ਿਆਦਾਤਰ ਇਹ ਪੁੱਛਿਆ ਜਾਂਦਾ ਕਿ ਜਿਹੜਾ ਨਿਯਮ ਸੀਗਾ ਇਹ ਕਦੋਂ ਲਾਗੂ ਹੋਇਆ ਸੀ? ਇਹ 1998 'ਚ ਲਾਗੂ ਹੋਇਆ ਸੀ। ਇਸ ਤੋਂ ਬਾਅਦ ਇਹਦੀਆਂ ਜਿਹੜੀਆਂ ਹੈਗੀਆਂ ਨੇ ਅਮੈਂਡਮੈਂਟਸ ਨੇ, ਮਤਲਬ ਸੁਧਾਰ ਨੇ। ਜਿਹੜੀਆਂ ਇਹ ਅਮੈਂਡਮੈਂਟਸ ਨੇ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਹੁੰਦੀਆਂ ਨੇ, ਕਿ ਜਦੋਂ ਆਪਾਂ ਕੋਈ ਵੀ ਨਿਯਮ ਬਣਾਉਂਦੇ ਹਾਂ, ਠੀਕ ਹੈ, ਉਹ ਨਿਯਮ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਜੋ ਵੀ ਕੂੜਾ ਕਰਕਟ ਜਾਂ ਵੇਸਟੇਜ, ਜਿਹੜੀ ਬਾਇਓਮੈਡੀਕਲ ਵੇਸਟ ਹੈ, ਜਦੋਂ ਜਨਰੇਟ ਹੁੰਦੀ ਹੈ ਤਾਂ ਇਹਨੂੰ ਤੁਸੀਂ ਕਿਵੇਂ ਮੈਨੇਜ ਕਰਨਾ, ਕਿਵੇਂ ਤੁਸੀਂ ਇਹਨੂੰ ਅਲੱਗ-ਅਲੱਗ ਕਰਨਾ, ਕਿਹੜੇ ਡਸਟਬਿਨਾਂ 'ਚ ਪਾਉਣਾ, ਡਸਟਬਿਨਾਂ ਤੋਂ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਕਿਵੇਂ ਡਿਸਪੋਜ਼ ਆਫ ਕਰਨਾ, ਟਰੀਟ ਕਰਨਾ, ਜਾਂ ਕਿਵੇਂ ਕੈਰੀ ਕਰਨਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਣਾ ਆ, ਉਦੋਂ ਕੀ ਕਰਨਾ, ਕੀ ਸਾਵਧਾਨੀਆਂ ਵਰਤਣੀਆਂ ਨੇ, ਉਹ ਸਾਰਾ ਕੁਛ, ਠੀਕ ਹੈ, ਰੂਲਸ ਹੁੰਦੇ ਨੇ।
ਉਸ ਤੋਂ ਬਾਅਦ ਇਹਦੇ 'ਚ ਜਦੋਂ ਉਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਚੀਜ਼ ਜਿੱਥੇ ਰਹਿ ਜਾਂਦੀ ਤਾਂ ਫਿਰ ਉਹ ਅਮੈਂਡਮੈਂਟਸ ਕਰਦੇ ਨੇ ਕੁਛ ਇਹਦੇ ਵਿੱਚ। ਅਮੈਂਡਮੈਂਟਸ ਦੇਖੋ ਜੀ, ਇਹ ਸਭ ਤੋਂ ਪਹਿਲਾਂ 1998 ਦੇ ਵਿੱਚ ਲਾਗੂ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ 2003 ਦੇ ਵਿੱਚ ਵੀ ਠੀਕ ਹੈ ਇਹਦੇ ਵਿੱਚ ਸੁਧਾਰ ਕੀਤਾ ਗਿਆ ਸੀ। ਫਿਰ 2011 ਦੇ ਵਿੱਚ, 16 ਦੇ ਵਿੱਚ, ਫਿਰ 18 ਦੇ ਵਿੱਚ 28 ਮਾਰਚ ਨੂੰ, 2019 ਦੇ ਵਿੱਚ ਕੀਤਾ ਗਿਆ ਸੀ। ਫਿਰ ਉਸ ਤੋਂ ਬਾਅਦ COVID-19 ਸ਼ੁਰੂ ਹੋ ਗਿਆ, 2020 ਦੇ ਵਿੱਚ ਵੀ ਕੀਤਾ ਗਿਆ। ਠੀਕ ਹੈ, ਕੁਛ ਜਿਹੜੇ ਵਿੱਚ ਪੁਆਇੰਟਸ ਜਿਹੜੇ ਕੋਵਿਡ ਕਰਕੇ ਐਡ ਕੀਤੇ ਗਏ ਨੇ। ਠੀਕ ਹੈ, ਸਾਰੇ ਕੀ ਨੇ ਰੂਲਸ ਹੁੰਦੇ, ਨਿਯਮ ਹੁੰਦੇ ਨੇ। ਸੋ ਇਹਦਾ ਮੇਨ ਹੈਗਾ ਹੈ ਕਿ ਇਹ ਲਾਗੂ ਕਦੋਂ ਹੋਇਆ ਸੀ, 1998 ਨੂੰ। ਉਸ ਤੋਂ ਬਾਅਦ ਆਪਾਂ ਸਟੈਪਸ ਕਰਾਂਗੇ। BMW ਮੈਨੇਜਮੈਂਟ, BMW ਮਤਲਬ ਬਾਇਓਮੈਡੀਕਲ ਵੇਸਟ ਮੈਨੇਜਮੈਂਟ। ਸਟੈਪਸ ਮਤਲਬ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ, ਦੇਖੋ ਸਭ ਤੋਂ ਪਹਿਲਾ ਪੁਆਇੰਟ ਹੈਗਾ ਸੈਗਰੀਗੇਸ਼ਨ, ਸੈਕਿੰਡ ਹੈਗਾ ਕਲੈਕਸ਼ਨ ਐਂਡ ਸਟੋਰੇਜ, ਟਰਾਂਸਪੋਰਟੇਸ਼ਨ, ਟਰੀਟਮੈਂਟ ਐਂਡ ਡਿਸਪੋਜ਼ਲ। ਸੈਗਰੀਗੇਸ਼ਨ ਕੀ ਹੁੰਦਾ, ਅਲੱਗ ਅਲੱਗ ਕਰਨਾ, ਕਿਸੇ ਚੀਜ਼ ਨੂੰ ਅਲੱਗ ਅਲੱਗ ਕਰਨਾ। ਠੀਕ ਹੈ, ਮਤਲਬ ਤੁਸੀਂ ਜੋ ਵੀ ਹਸਪੀਟਲ ਦੇ ਵਿੱਚ ਜੋ ਵੀ ਵੇਸਟੇਜ ਜਨਰੇਟ ਹੁੰਦੀ ਹੈ ਉਹਦੇ ਵਿੱਚ ਕਲਰ ਕੋਡਸ ਦੇ ਅਕੋਰਡਿੰਗ, ਕਲਰ ਕੋਡਿੰਗ ਦੇ ਹਿਸਾਬ ਨਾਲ ਡਸਟਬਿਨ ਦੇ ਰੰਗ ਅਲੱਗ ਅਲੱਗ ਰੰਗ ਹੁੰਦੇ ਨੇ, ਉਹਨਾਂ ਨੂੰ ਰੱਖਿਆ ਜਾਂਦਾ। ਠੀਕ ਹੈ, ਰੰਗ ਬਿਰੰਗੇ ਡਸਟਬਿਨਸ ਰੱਖੇ ਜਾਂਦੇ ਨੇ ਅਤੇ ਉਹਦੇ ਵਿੱਚ ਇਹ ਦੱਸਿਆ ਜਾਂਦਾ, ਇਹ ਰੂਲਸ ਦੇ ਵਿੱਚ ਇਹ ਦੱਸਿਆ ਗਿਆ ਕਿ ਤੁਸੀਂ ਕਿਹੜੇ ਡਸਟਬਿਨ ਦੇ ਵਿੱਚ ਕਿਹੜਾ ਕੂੜਾ ਪਾਉਣਾ। ਇਨਫੈਕਟਡ ਜਿਹੜਾ ਕੂੜਾ ਹੈਗਾ ਉਹ ਕਿੱਥੇ ਪਾਉਣਾ ਆ, ਖਤਰਨਾਕ ਕੂੜਾ ਕਿੱਥੇ ਪਾਉਣਾ, ਗੈਰ ਖਤਰਨਾਕ ਕਿੱਥੇ ਪਾਉਣਾ। ਠੀਕ ਹੈ, ਜਾਂ ਫਿਰ ਤਿੱਖੀਆਂ ਚੀਜ਼ਾਂ ਕਿਹੜੇ ਕੂੜੇ 'ਚ ਪਾਉਣ, ਕਿਹੜੇ ਡਸਟਬਿਨ 'ਚ ਪਾਉਣੀਆਂ ਨੇ, ਕੰਚ ਕਿਹੜੇ ਡਸਟਬਿਨ 'ਚ ਪਾਉਣਾ, ਇਹ ਸਾਰਾ ਕੁਛ ਠੀਕ ਹੈ ਰੂਲਸ ਦੇ ਵਿੱਚ ਦੱਸਿਆ ਗਿਆ। ਸੈਗਰੀਗੇਸ਼ਨ ਦਾ ਮਤਲਬ ਇਹੀ ਹੈ ਕਿ ਆਪਾਂ ਉਹਨਾਂ ਨੂੰ ਅਲੱਗ ਅਲੱਗ ਕਰਨਾ, ਕਿ ਅਲੱਗ ਅਲੱਗ ਕਰਨ ਦੇ ਵਿੱਚ ਆਪਾਂ ਡਸਟਬਿਨ ਦੇਖਾਂਗੇ ਕਿ ਕਿਹੜੇ ਕਿਹੜੇ ਡਸਟਬਿਨ ਆਉਂਦੇ ਨੇ, ਅਲੱਗ ਅਲੱਗ ਕਰਾਂਗੇ ਕਿ ਜਿਹੜਾ ਹਿਊਮਨ ਪਾਰਟਸ ਨੇ ਜਾਂ ਹਿਊਮਨ ਨਾਟ ਕੈਮੀਕਲ ਵੇਸਟ ਹੈ ਉਹ ਕਿਹੜੇ ਡਸਟਬਿਨ 'ਚ ਪਾਉਣੀ ਹੈ, ਸ਼ਾਰਪਸ, ਤਿੱਖੀਆਂ ਸਰਿੰਜਸ, ਸੂਈਆਂ ਵਗੈਰਾ ਹੈਗੀਆਂ ਉਹ ਕਿਹੜੇ ਡਸਟਬਿਨ 'ਚ ਪਾਉਣੀਆਂ ਨੇ। ਸੋ ਫਸਟ ਪੁਆਇੰਟ ਹੈਗਾ ਸੈਗਰੀਗੇਸ਼ਨ। ਠੀਕ ਹੈ, ਅਲੱਗ ਅਲੱਗ ਕਰਨਾ। ਬਾਇਓਮੈਡੀਕਲ ਵੇਸਟ ਨੂੰ ਸਟੋਰ, ਟਰਾਂਸਪੋਰਟ, ਟਰੀਟ ਅਤੇ ਡਿਸਪੋਜ਼ ਕਰਨ ਤੋਂ ਪਹਿਲਾਂ ਕਲਰ ਕੋਡਿੰਗ, ਠੀਕ ਹੈ, ਕਲਰ ਕੋਡਿੰਗ ਦੇ ਰੂਲਸ ਦੇ ਅਨੁਸਾਰ, ਠੀਕ ਹੈ, ਪੁਆਇੰਟ ਆਫ ਜਨਰੇਸ਼ਨ ਤੇ ਰੰਗੀਨ ਕੰਟੇਨਰ ਜਾਂ ਬੈਗ ਵਿੱਚ ਅਲੱਗ ਅਲੱਗ ਕੀਤਾ ਜਾਂਦਾ ਹੈ। ਅਲੱਗ ਅਲੱਗ ਮਤਲਬ ਸੈਗਰੀਗੇਟ ਕੀਤਾ ਜਾਂਦਾ ਹੈ। ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ ਨੈਕਸਟ ਸਟੈਪਸ ਕਰਨ ਤੋਂ ਪਹਿਲਾਂ ਆਪਾਂ ਸੈਗਰੀਗੇਟ ਕਰਨਾ ਹੈ। ਸੈਗਰੀਗੇਟ ਕਿਵੇਂ ਕਰਨਾ, ਅਲੱਗ ਅਲੱਗ ਕਿਵੇਂ ਕਰਨਾ, ਕਲਰ ਕੋਡਿੰਗ ਦੇ ਰੂਲਸ ਦੇ ਅਨੁਸਾਰ। ਕਲਰ ਕੋਡਿੰਗ ਮਤਲਬ ਡਸਟਬਿਨ ਦੇ ਅਲੱਗ ਅਲੱਗ ਰੰਗਾਂ ਦੇ ਹਿਸਾਬ ਨਾਲ ਆਪਾਂ ਉਹਨੂੰ ਪੁਆਇੰਟ ਆਫ ਜਨਰੇਸ਼ਨ ਤੋਂ ਹੀ ਅਲੱਗ ਅਲੱਗ ਕਰਨਾ ਸ਼ੁਰੂ ਕਰ ਦੇਣਾ। ਇਹ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਉਹਨੂੰ ਸਾਰਿਆਂ ਨੂੰ ਇਕੱਠਾ ਕਰੋਗੇ ਬਾਅਦ ਵਿੱਚ ਅਲੱਗ ਕਰਨਾ, ਨਹੀਂ, ਆਪਾਂ ਪੁਆਇੰਟ ਆਫ ਜਨਰੇਸ਼ਨ ਮਤਲਬ ਜਿੱਥੋਂ ਕੂੜਾ ਪੈਦਾ ਹੋ ਰਿਹਾ ਉਸ ਪੁਆਇੰਟ ਦੇ ਉੱਪਰੋਂ ਹੀ ਉਹਨੂੰ ਅਲੱਗ ਅਲੱਗ ਕਰਨਾ ਸ਼ੁਰੂ ਕਰ ਦੇਣਾ। ਪੁਆਇੰਟ ਆਫ ਜਨਰੇਸ਼ਨ ਕਿਤੇ ਵੀ ਹੋ ਸਕਦਾ, ਹਸਪੀਟਲ ਦੇ ਵਿੱਚ ਮੰਨ ਲਓ ਤੁਸੀਂ ਲੇਬਰ ਰੂਮ ਦੇ ਵਿੱਚ ਅਲੱਗ ਪੁਆਇੰਟ ਆਫ ਜਨਰੇਸ਼ਨ ਹੋਏਗਾ, ਉੱਥੇ ਅਲੱਗ ਡਸਟਬਿਨ ਪਿਆ ਹੋਏਗਾ, ਤੁਸੀਂ ਉੱਥੇ ਕਰਨਾ ਆ। ਵਾਰਡ ਦੇ ਵਿੱਚ ਜਿਹੜੇ ਡਸਟਬਿਨਸ ਹੁੰਦੇ ਨੇ ਉਹ ਅਲੱਗ ਅਲੱਗ ਹੁੰਦੇ ਨੇ। ਠੀਕ ਹੈ, ਉੱਥੇ ਤੁਸੀਂ ਜੇ ਅਗਰ ਮੰਨ ਲਓ ਤੁਸੀਂ ਕੋਈ ਸਰਿੰਜ ਓਪਨ ਕੀਤੀ ਹੈ ਤਾਂ ਉਹਦਾ ਰੈਪਰ ਹੈ ਉਹ ਕਿਹੜੇ ਡਸਟਬਿਨ 'ਚ ਪਾਉਣਾ, ਸਰਿੰਜ ਉਸ ਤੋਂ ਬਾਅਦ ਕੱਟਣ ਤੋਂ ਬਾਅਦ ਸਰਿੰਜ ਪਲਾਸਟਿਕ ਕਿਹੜੇ ਡਸਟਬਿਨ 'ਚ ਪਾਉਣੀ ਹੈ, ਉਹਦੀ ਨੀਡਲ ਕਿਹੜੇ ਡਸਟਬਿਨ 'ਚ ਪਾਉਣੀ ਹੈ। ਠੀਕ ਹੈ, ਇਹ ਸਾਰੇ ਪੁਆਇੰਟ ਆਫ ਜਨਰੇਸ਼ਨ ਹੋ ਗਿਆ। ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦੇ ਅਨੁਸਾਰ ਅਲੱਗ ਅਲੱਗ ਰੰਗਾਂ ਦੇ ਪੋਲੀਥੀਨ ਜਾਂ ਕੰਟੇਨਰ ਹੁੰਦੇ ਹਨ ਜਿਨ੍ਹਾਂ ਵਿੱਚ ਕੂੜੇ ਨੂੰ ਕੈਟੇਗਰੀਜ਼ ਦੇ ਅਨੁਸਾਰ ਅਲੱਗ ਅਲੱਗ ਕਰਕੇ ਪਾਇਆ ਜਾਂਦਾ ਹੈ। ਕੈਟੇਗਰੀਜ਼ ਆਪਾਂ ਪੜ੍ਹੀਆਂ ਨੇ, ਜਿਹੜੀਆਂ ਵੀ ਕੈਟੇਗਰੀਜ਼ ਜਿਹੜੀ ਕੈਟੇਗਰੀ 'ਚ ਲਿਖਿਆ ਹੋਇਆ ਕਿ ਕੈਟੇਗਰੀ 1 ਦਾ ਕੂੜਾ ਇਹ ਹੈ, ਕੈਟੇਗਰੀ 2 ਦਾ ਕੂੜਾ ਇਹ ਹੈ, ਉਹ ਕੈਟੇਗਰੀ ਦੇ ਅਕੋਰਡਿੰਗ ਹੀ ਆਪਾਂ ਕੀ ਕਰਨਾ, ਉਸ ਰੰਗ ਦੇ ਲਿਫਾਫੇ ਜਾਂ ਕੰਟੇਨਰ ਡਸਟਬਿਨ ਦੇ ਵਿੱਚ ਉਹਨੂੰ ਕੂੜੇ ਨੂੰ ਪਾਉਣਾ। ਦੇਖੋ ਜੀ ਅੱਗੇ ਆ ਗਿਆ ਕਲਰ ਕੋਡਿੰਗ। ਆਪਾਂ ਕਿਹੜੇ ਕਿਹੜੇ ਕਲਰ ਦੇ ਡਸਟਬਿਨ ਯੂਜ਼ ਕਰਦੇ ਹਾਂ ਹਸਪੀਟਲਸ ਦੇ ਵਿੱਚ, ਮੇਨਲੀ ਪੰਜਾਬ ਦੇ ਵਿੱਚ। ਠੀਕ ਹੈ, ਇਹ ਵਾਲੇ ਰੰਗਾਂ ਦੇ ਜਿਹੜੇ ਹੈਗੇ ਆ ਕੰਟੇਨਰਸ ਜਾਂ ਡਸਟਬਿਨਸ ਯੂਜ਼ ਹੋ ਰਹੇ ਨੇ, ਜਿਵੇਂ ਕਿ ਗਰੀਨ ਹੋ ਗਿਆ, ਗਰੀਨ ਆਪਾਂ ਜ਼ਿਆਦਾਤਰ ਜਰਨਲ ਵੇਸਟੇਜ ਵਾਸਤੇ ਯੂਜ਼ ਕਰਦੇ ਹਾਂ। ਰੈੱਡ ਹੋ ਗਿਆ, ਇਹ ਆਪਾਂ ਪਲਾਸਟਿਕ, ਇਨਫੈਕਟਡ ਪਲਾਸਟਿਕ ਵਾਸਤੇ ਯੂਜ਼ ਕਰਦੇ ਹਾਂ। ਅਤੇ ਜਿਹੜੀ ਯੈਲੋ ਹੋ ਗਿਆ, ਜਿਹੜੇ ਆਪਾਂ ਕੈਟੇਗਰੀ 1 ਐਂਡ 2 ਪੜ੍ਹਿਆ ਸੀ, ਐਨਾਟਮਿਕਲ ਵੇਸਟ ਹੋ ਗਈ, ਸੋਇਲਡ ਹੋ ਗਈ, ਜਿਵੇਂ ਖੂਨ ਨਾਲ ਲਿਬੜੀ ਚੀਜ਼ ਹੋ ਗਈ, ਕੋਈ ਸਰੀਰ ਦੇ ਅੰਗ ਹੋ ਗਏ, ਇਹ ਸਾਰੇ ਇਹਦੇ ਵਿੱਚ ਆਉਣਗੇ। ਕੋਈ ਦਵਾਈਆਂ ਹੋ ਗਈਆਂ। ਅਤੇ ਬਲੂ ਜਿਹੜਾ ਹੈਗਾ, ਨੀਲਾ, ਇਹਦੇ ਵਿੱਚ ਕੱਚ ਆ ਜਾਊਗਾ ਸਾਰਾ, ਜਿਹੜੀ ਮਤਲਬ ਤਿੱਖੀਆਂ ਚੀਜ਼ਾਂ ਹੁੰਦੀਆਂ ਨੇ, ਜਾਂ ਮੈਟੈਲਿਕ ਇੰਪਲਾਂਟਸ, ਇਹ ਸਮਝ ਲਓ ਕਿ ਕੋਈ ਇੰਪਲਾਂਟਸ ਪਾਏ ਜਾਂਦੇ ਨੇ ਸਰੀਰ ਦੇ ਵਿੱਚ, ਜਿੱਦਾਂ ਕਿਸੇ ਦੀ ਲੱਤ ਦੀ ਹੱਡੀ ਟੁੱਟੀ ਹੈ ਤਾਂ ਉਹਦੇ ਵਿੱਚ ਇੰਪਲਾਂਟ ਪਾਇਆ ਜਾਂਦਾ, ਜਾਂ ਕੋਈ ਦੂਸਰਾ ਇੰਪਲਾਂਟ ਪਾਇਆ ਜਾਂਦਾ। ਠੀਕ ਹੈ, ਸਾਰੇ ਇਹਦੇ 'ਚ ਆ ਜਾਂਦੇ ਨੇ, ਮੈਟਲਸ ਜਿਹੜੀਆਂ ਹੁੰਦੀਆਂ ਨੇ, ਧਾਤਾਂ।
ਸ਼ਾਰਪਸ ਆ ਗਿਆ ਚਿੱਟੇ ਦੇ ਵਿੱਚ, ਠੀਕ ਹੈ, ਸ਼ਾਰਪਸ ਆ ਜਾਂਦਾ, ਨੀਡਲਸ ਆ ਗਈਆਂ, ਛੋਟੇ ਛੋਟੇ ਸ਼ੀਸ਼ੇ ਦੇ ਟੁਕੜੇ ਆ ਜਾਂਦੇ ਨੇ, ਇਹ ਸਾਰੇ ਚਿੱਟੇ ਦੇ ਵਿੱਚ ਆਉਂਦੇ ਨੇ। ਅੱਗੇ ਆਪਾਂ ਪੜਾਂਗੇ ਜਿਹੜੇ ਇਹ ਕੰਟੇਨਰਸ ਨੇ ਅਲੱਗ-ਅਲੱਗ ਕਲਰਸ ਦੇ, ਉਹਨਾਂ ਦੇ ਵਿੱਚ ਕੀ ਕੀ ਪਾਉਣਾ। ਸਭ ਤੋਂ ਪਹਿਲਾਂ ਆ ਗਿਆ ਗ੍ਰੀਨ ਕੰਟੇਨਰ। ਗ੍ਰੀਨ ਕੰਟੇਨਰ ਦੇ ਵਿੱਚ ਕੀ ਪਾਉਣਾ ਆਪਾਂ, ਜਰਨਲ ਵੇਸਟ ਪਾਉਣੀ ਹੈ। ਜਰਨਲ ਵੇਸਟ ਕਿਹੜੀ ਹੁੰਦੀ ਹੈ, ਜਿਹੜੀ ਆਪਾਂ ਮੰਨ ਲਓ ਆਮ ਘਰਾਂ ਦੇ ਵਿੱਚ ਵੀ ਆਪਾਂ ਵੇਸਟੇਜ ਦੇਖਦੇ ਹਾਂ ਪੈਦਾ ਹੁੰਦੀ ਹੈ, ਉਹ ਵਾਲੀ ਹੁੰਦੀ ਹੈ। ਜਿਵੇਂ ਕਿ ਪੇਪਰ ਆ ਗਏ, ਕਾਰਡਬੋਰਡਸ ਆ ਗਏ, ਰੈਪਰਸ ਆ ਗਏ। ਰੈਪਰਸ ਜਿਵੇਂ ਕੋਈ ਸਿਰਿੰਜ ਖੋਲ੍ਹਿਆ ਤੁਸੀਂ ਉਹਦਾ ਰੈਪਰ ਹੋ ਗਿਆ, ਕੋਈ IV ਸੈੱਟ ਖੋਲ੍ਹਿਆ ਉਹਦਾ ਰੈਪਰ ਹੋ ਗਿਆ, ਜਾਂ ਕੋਈ ਬੋਟਲ ਖੋਲ੍ਹੀ ਹੈ ਫਲੂਇਡ ਵਾਲੀ, ਠੀਕ ਆ, ਕੋਈ ਉਹਦਾ ਰੈਪਰ ਹੋ ਗਿਆ। ਪੋਲੀਥੀਨਸ ਲਿਫਾਫੇ ਵਗੈਰਾ, ਆਮ ਲਿਫਾਫੇ ਹੋ ਗਏ, ਪਾਣੀ ਦੀਆਂ ਖਾਲੀ ਬੋਤਲਾਂ ਹੋ ਗਈਆਂ ਪਲਾਸਟਿਕ ਦੇ ਵਿੱਚ, ਠੀਕ ਹੈ, ਫਲਾਂ ਦੇ ਸਬਜ਼ੀਆਂ ਦੇ ਛਿਲਕੇ ਹੋ ਗਏ, ਇਹ ਸਾਰੇ ਕੀ ਆਉਂਦੇ ਨੇ ਗ੍ਰੀਨ ਕੰਟੇਨਰ ਦੇ ਵਿੱਚ। ਰੈੱਡ ਕੰਟੇਨਰ ਦੇ ਵਿੱਚ ਕੀ ਆਏਗਾ, ਇਨਫੈਕਟਡ ਪਲਾਸਟਿਕ, ਮਤਲਬ ਇਹਦੇ 'ਚ ਨੋਰਮਲ ਪਲਾਸਟਿਕ ਨਹੀਂ ਆਉਂਦੀ ਹੈਗੀ ਜਿਹੜੀ ਆਪਾਂ ਯੂਜ਼ ਕਰਦੇ ਹਾਂ, ਜਿਵੇਂ ਪਾਣੀ ਦੀ ਬੋਟਲ, ਇਹ ਆਏਗੀ ਗ੍ਰੀਨ ਦੇ ਵਿੱਚ। ਇਹਦੇ 'ਚ ਸਿਰਫ ਇਨਫੈਕਟਡ ਪਲਾਸਟਿਕ ਆਊਗੀ। ਇਨਫੈਕਟਡ ਮਤਲਬ ਦੂਸ਼ਿਤ ਜਾਂ ਕਹਿ ਲਓ ਸੰਕਰਮਿਤ, ਜਾਂ ਕਹਿ ਲਓ ਜਿਹਦੇ ਨਾਲ ਆਪਾਂ ਨੂੰ ਬਿਮਾਰੀ ਅੱਗੇ ਟਰਾਂਸਫਰ ਹੋ ਸਕਦੀ ਹੈ। ਟਿਊਬਿੰਗਸ ਆ ਗਈਆਂ, ਠੀਕ ਹੈ, ਸਾਰੀਆਂ ਪਾਈਪਸ ਵਗੈਰਾ, ਬੋਟਲਸ ਆ ਗਈਆਂ। ਬੋਟਲਸ ਜਿਵੇਂ ਆਪਾਂ ਜਿਹੜੀਆਂ ਪੇਸ਼ੈਂਟ ਨੂੰ IV ਫਲੂਇਡ ਦਿੰਦੇ ਹਾਂ ਉਹਦੇ ਵਿੱਚ ਬੋਟਲਸ ਯੂਜ਼ ਹੁੰਦੀਆਂ ਨੇ। IV ਸੈੱਟ ਆ ਗਈ, IV ਸੈੱਟ ਦੀਆਂ ਟਿਊਬਸ ਆ ਗਈਆਂ, ਕੈਥੇਟਰਸ ਆ ਗਈਆਂ, ਠੀਕ ਹੈ, ਜਿਹੜੀਆਂ ਬਾਥਰੂਮ ਵਾਲੀਆਂ ਨਾਲੀਆਂ ਹੁੰਦੀਆਂ ਨੇ। ਯੂਰਿਨ ਬੈਗਸ, ਬਾਥਰੂਮ ਦੀ ਨਾਲੀ ਦੇ ਨੀਚੇ ਇੱਕ ਬੈਗ ਲੱਗਿਆ ਹੁੰਦਾ ਜਿਹਦੇ ਵਿੱਚ ਯੂਰਿਨ ਇਕੱਠਾ ਹੁੰਦਾ, ਬੈਗਸ ਆ ਗਏ। ਸਰਿੰਜਸ ਆ ਗਈਆਂ ਬਿਨਾਂ ਸੂਈਆਂ ਤੋਂ। ਇਸ ਤੋਂ ਇਲਾਵਾ ਗਲਵਸ ਆ ਗਏ। ਗਲਵਸ ਵੀ ਪਲਾਸਟਿਕ ਦੇ ਹੁੰਦੇ ਨੇ, ਉਹ ਇਨਫੈਕਟਡ ਹੁੰਦੇ ਨੇ ਕਿਉਂਕਿ ਆਪਾਂ ਜਿਹੜੇ ਗਲਵਸ ਪਾ ਕੇ ਪੇਸ਼ੈਂਟ ਨੂੰ ਜਾਂ ਕਿਸੇ ਵੀ ਚੀਜ਼ ਨੂੰ ਜਦੋਂ ਟੱਚ ਕਰਦੇ ਹਾਂ ਤਾਂ ਇਹਦੇ ਇਨਫੈਕਟਡ ਹੋਣ ਦੇ ਪੂਰੇ ਚਾਂਸ ਹੁੰਦੇ ਨੇ, ਠੀਕ ਹੈ। ਸਾਰੇ ਰੈੱਡ ਕੰਟੇਨਰ 'ਚ ਆਉਣਗੇ। ਇਸ ਤੋਂ ਬਿਨਾਂ ਦੇ ਵਿੱਚ ਇੱਕ ਪੁਆਇੰਟ ਹੈਗਾ COVID-19 ਵਾਲਾ, ਕਿ COVID-19 ਦੇ ਵਿੱਚ ਜਿਹੜੇ ਆਪਾਂ ਰੂਲਸ ਦੇਖ ਰਹੇ ਸੀਗੇ, ਇਹਦੇ ਵਿੱਚ ਇਹ ਅਮੈਂਡਮੈਂਟ ਕੀਤੀ ਗਈ ਸੀਗੀ ਜੋ ਵੀ ਜਦੋਂ ਆਪਾਂ COVID-19 ਵਾਲੇ ਪੇਸ਼ੈਂਟ ਨੂੰ ਕੇਅਰ ਪ੍ਰੋਵਾਈਡ ਕਰਦੇ ਹਾਂ ਤਾਂ ਆਪਾਂ ਗਲਵਸ, ਏਪਰਨ ਅਤੇ ਫੇਸ ਸ਼ੀਲਡ ਜਿਹੜੀ ਪਾਉਂਦੇ ਹਾਂ ਉਹ ਸਾਰੀ ਜਦੋਂ ਬਾਅਦ ਵਿੱਚ ਉਹਨੂੰ ਡਿਸਪੋਜ਼ ਆਫ ਕਰਨਾ ਆਪਾਂ ਰੈੱਡ ਕੰਟੇਨਰ 'ਚ ਕਰਨਾ, ਕਿਉਂਕਿ ਜਿਹੜੇ ਗਲਵਸ, ਏਪਰਨ ਅਤੇ ਫੇਸ ਸ਼ੀਲਡ ਹੁੰਦੇ ਨੇ ਇਹ ਪਲਾਸਟਿਕ ਦੇ ਹੁੰਦੇ ਨੇ। ਉਸ ਤੋਂ ਬਾਅਦ ਯੈਲੋ ਕੰਟੇਨਰ ਆ ਗਿਆ। ਯੈਲੋ ਕੰਟੇਨਰ ਦੇ ਵਿੱਚ ਕੀ ਆਏਗਾ, ਇਨਫੈਕਟਡ ਵੇਸਟ ਆਏਗੀ। ਇਨਫੈਕਟਡ ਵੇਸਟ ਕਿਹੜੀ ਆਏਗੀ, ਸੇਮ ਜਿਹੜੀ ਆਪਾਂ ਕੈਟੇਗਰੀ 1 ਸੈਕਿੰਡ 'ਚ ਪੜ੍ਹੀ ਸੀ। ਇਹਦੇ ਵਿੱਚ ਸਾਰੀ ਹਿਊਮਨ ਬਾਡੀ, ਜਿੱਦਾਂ ਮਨੁੱਖੀ ਸਰੀਰ ਦੇ ਅੰਗ ਆ ਗਏ, ਐਨੀਮਲਸ ਜਾਨਵਰਾਂ ਦੇ ਸਰੀਰ, ਪਸ਼ੂਆਂ ਦੇ ਸਰੀਰ ਆ ਗਏ ਜੋ ਵੀ ਰਿਸਰਚ ਸੈਂਟਰਸ ਦੇ ਵਿੱਚੋਂ ਆਉਂਦੇ ਆ, ਜਾਂ ਉਹਨਾਂ ਦੇ ਪਾਰਟਸ ਆ ਗਏ, ਠੀਕ ਹੈ। ਖੂਨ ਨਾਲ ਲਿਬੜੀਆਂ ਚੀਜ਼ਾਂ, ਬਲੱਡ ਨਾਲ, ਠੀਕ ਹੈ, ਜੋ ਵੀ ਸੋਇਲਡ ਜਿਵੇਂ ਡਰੈਸਿੰਗ ਪੱਟੀਆਂ ਵਗੈਰਾ ਹੋ ਜਾਂਦੀਆਂ ਨੇ। ਪਲਾਸਟਰ ਕਾਸਟ ਆ ਗਿਆ। ਕਾਟਨ ਸਵੈਬਸ ਆ ਗਈਆਂ। ਕਾਟਨ ਸਵੈਬਸ ਮਤਲਬ ਰੂੰ ਆ ਗਈ। ਬਲੱਡ ਬੈਗਸ, ਆਪਾਂ ਬਲੱਡ ਜਿਹੜਾ ਲਗਾਉਂਦੇ ਆ ਪੇਸ਼ੈਂਟ ਦੇ, ਠੀਕ ਆ, ਉਹ ਵਾਲੇ ਬੈਗਸ ਆ ਗਏ। ਬਾਡੀ ਫਲੂਇਡਸ ਆ ਗਏ, ਸਰੀਰ ਵਿੱਚੋਂ ਨਿਕਲਣ ਵਾਲੇ ਤਰਲ ਪਦਾਰਥ ਆ ਗਏ, ਇਹ ਸਾਰੇ, ਠੀਕ ਹੈ, ਯੈਲੋ ਦੇ ਵਿੱਚ ਆਉਂਦੇ ਨੇ। ਇਸ ਤੋਂ ਇਲਾਵਾ ਹੋਰ ਕੀ ਆਉਂਦਾ, ਐਕਸਪਾਇਰਡ ਦਵਾਈਆਂ, ਸਾਈਟੋਟੌਕਸਿਕ ਦਵਾਈਆਂ, ਜਿਹੜੇ ਸਾਈਟੋਟੌਕਸਿਕ ਦਵਾਈਆਂ ਨੇ ਇਹ ਵੀ ਯੈਲੋ 'ਚ ਪਾਉਂਦੇ ਆ। ਪਰ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਇਹ ਡਿਫਰੈਂਸ ਹੁੰਦਾ ਕਿ ਜਿਹੜਾ ਸਾਈਟੋਟੌਕਸਿਕ ਵਾਲਾ ਪੋਲੀਥੀਨ ਹੁੰਦਾ ਨਾ ਉਹਦੇ ਉੱਪਰ C ਇੱਦਾਂ ਕਰਕੇ ਇੱਕ ਸਾਈਨ ਬਣਿਆ ਹੁੰਦਾ, ਠੀਕ ਹੈ। ਸਾਈਟੋਟੌਕਸਿਕ ਆਪਾਂ ਇਹ ਵਾਲੇ ਪੋਲੀਥੀਨ 'ਚ ਪਾਉਣੀਆਂ ਹੁੰਦੀਆਂ ਨੇ। ਡਿਸਕਾਰਡਡ ਦਵਾਈਆਂ, ਠੀਕ ਹੈ, ਜਾਂ ਦੂਸ਼ਿਤ ਦਵਾਈਆਂ ਜੋ ਵੀ ਆ ਗਈਆਂ, ਜੋ ਵੀ ਜਿਨ੍ਹਾਂ ਦੀ ਮਿਆਦ ਨਿਕਲੀ ਹੁੰਦੀ ਹੈ ਜਾਂ ਖਰਾਬ ਹੋਈਆਂ ਹੁੰਦੀਆਂ ਨੇ। ਇਹ ਤੋਂ ਇਲਾਵਾ ਹੋਰ ਕੀ ਹੁੰਦਾ, ਬਾਇਓਕੈਮੀਕਲਸ ਦੇ ਉਤਪਾਦਾਂ ਦੇ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਰਸਾਇਣ, ਮਤਲਬ ਜੋ ਵੀ ਕੈਮੀਕਲਸ ਵਗੈਰਾ। ਲਿਕੁਇਡ ਵੇਸਟ ਆ ਗਈ, ਠੀਕ ਹੈ, ਲਿਕੁਇਡ ਵੇਸਟ ਇਹਦੇ ਵਿੱਚ ਆਪਾਂ ਪਿੱਛੇ ਕੈਟੇਗਰੀ 'ਚ ਪੜ੍ਹਿਆ ਸੀਗਾ, ਉਹ ਸਾਰੀ ਇਹਦੇ ਵਿੱਚ ਆ ਗਈ। ਅੱਗੇ ਹੋਰ ਕੀ, ਇਸ ਤੋਂ ਇਲਾਵਾ ਹੋਰ ਕੀ ਆਇਆ, ਇਸ ਤੋਂ ਇਲਾਵਾ ਇਹਦੇ ਵਿੱਚ ਮਾਈਕਰੋਬਾਇਓਲੋਜੀ ਲੈਬਸ ਵਿੱਚ ਕੀਤੇ ਜਾਣ ਵਾਲੇ ਟੈਸਟ, ਪਿੱਛੇ ਆਪਾਂ ਕੈਟੇਗਰੀ 'ਚ ਵੀ ਪੜ੍ਹਿਆ ਸੀਗਾ, ਜੋ ਵੀ ਆਪਾਂ ਟੈਸਟ ਵਗੈਰਾ ਕਰਦੇ ਹਾਂ ਉਹਨਾਂ ਤੋਂ ਜੋ ਵੀ ਜਨਰੇਟ ਹੁੰਦੀ ਹੈ, ਠੀਕ ਹੈ, ਵੇਸਟ, ਜਾਂ ਆਪਾਂ ਕਹਿ ਲਓ ਕਿ ਮਨੁੱਖੀ ਜਾਂ ਜਾਨਵਰ ਦੇ ਜੋ ਵੀ ਸੈੱਲ ਕਲਚਰਸ ਹੁੰਦੇ ਨੇ, ਕੋਈ ਵੈਕਸੀਨ ਆਪਾਂ ਬਣਾ ਰਹੇ ਹਾਂ ਉਹਦੇ ਵਿੱਚ ਜੋ ਵੀ ਵੇਸਟ ਜਨਰੇਟ ਹੁੰਦੀ ਹੈ ਸਾਰੀ ਯੈਲੋ ਦੇ ਵਿੱਚ ਆਊਗੀ। COVID-19 ਵਾਲਾ ਇੱਕ ਹੋਰ ਇਹਦੇ ਵਿੱਚ ਪੁਆਇੰਟ ਐਡ ਹੋਇਆ ਜੀ, ਦੇਖੋ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਯੂਜ਼ਡ ਮਾਸਕ, ਸ਼ੂ ਕਵਰ, ਗਾਊਨ ਯੈਲੋ ਦੇ ਵਿੱਚ ਆਏਗੀ। ਅੱਗੇ ਹੈਗਾ ਬਲੂ ਕੰਟੇਨਰ। ਬਲੂ ਕੰਟੇਨਰ ਦੇ ਵਿੱਚ ਕੀ ਆਊਗਾ, ਗਲਾਸਵੇਅਰ। ਗਲਾਸਵੇਅਰ ਮਤਲਬ ਜੋ ਵੀ ਕੱਚ ਦਾ ਸਮਾਨ ਹੁੰਦਾ, ਠੀਕ ਹੈ, ਉਹ ਇਹਦੇ ਵਿੱਚ ਆ ਜਾਊਗਾ। ਟੁੱਟੀਆਂ ਹੋਈਆਂ ਜਾਂ ਦਵਾਈ ਵਾਲੀਆਂ ਖਾਲੀ ਕੰਚ ਦੀਆਂ ਸ਼ੀਸ਼ੀਆਂ ਆ ਗਈਆਂ। ਦਵਾਈ ਵਾਲੀਆਂ ਤੁਸੀਂ ਸਮਝ ਲਓ ਕਿ ਕੋਈ ਜਿੱਥੇ ਵੀ ਟੀਕਾਕਰਨ ਹੁੰਦਾ, ਠੀਕ ਹੈ, ਜਾਂ ਵੈਕਸੀਨੇਸ਼ਨ ਹੁੰਦੀ ਆ, ਉੱਥੇ ਜੋ ਵੀ ਵਾਇਲਸ ਐਂਡ ਐਂਪਿਊਲਸ ਹੁੰਦੀਆਂ ਨੇ, ਤੁਸੀਂ ਦੇਖਿਆ ਹੋਣਾ ਹੌਸਪੀਟਲਸ ਦੇ ਵਿੱਚ, ਜਿੱਥੇ ਵੀ ਤੁਸੀਂ ਇੰਜੈਕਸ਼ਨ ਲਵਾਉਣ ਜਾਂਦੇ ਹੋ ਜਾਂ ਬੱਚਿਆਂ ਦੇ ਇੰਜੈਕਸ਼ਨ ਲਵਾਉਣ ਜਾਂਦੇ ਹੋ, ਉੱਥੇ ਸ਼ੀਸ਼ੀਆਂ ਪਈਆਂ ਹੁੰਦੀਆਂ ਨੇ ਕੰਚ ਦੇ ਜਿਨ੍ਹਾਂ ਵਿੱਚ ਦਵਾਈ ਹੁੰਦੀ ਹੈ, ਉਹ ਸਾਰੇ ਵਾਇਲਸ ਐਂਡ ਐਂਪਿਊਲਸ ਹੁੰਦੇ ਨੇ, ਉਹ ਸਾਰੇ ਇਹਦੇ ਵਿੱਚ ਆ ਜਾਣਗੇ ਬਲੂ ਕੰਟੇਨਰ ਦੇ ਵਿੱਚ।
ਉਸ ਤੋਂ ਬਾਅਦ ਆ ਗਿਆ ਜੀ ਬਲੈਕ ਕੰਟੇਨਰ। ਇਹਦੇ ਵਿੱਚ ਕੀ ਪਾਉਣਾ? ਦੇਖੋ ਬਲੈਕ ਕੰਟੇਨਰ ਆਪਾਂ ਪਿੱਛੇ ਡਸਟਬਿਨ 'ਚ ਨਹੀਂ ਦਿਖਾਇਆ ਸੀ, ਬਟ ਬਲੈਕ ਕੰਟੇਨਰ ਕਈ ਜਗ੍ਹਾ 'ਤੇ ਹੈਗਾ ਅਤੇ ਕਈ ਜਗ੍ਹਾ 'ਤੇ ਯੂਜ਼ ਨਹੀਂ ਹੁੰਦਾ, ਬਟ ਅਗਰ ਹੈ ਤਾਂ ਇਹਦੇ ਵਿੱਚ ਆਪਾਂ ਪਾਉਣਾ ਕੀ ਹੈ? ਡਿਸਕਾਰਡਡ ਮੈਡੀਸਨਸ, ਠੀਕ ਹੈ, ਕੈਟੇਗਰੀ 5 ਵਾਲਾ ਪੁਆਇੰਟ ਆਊਗਾ। ਕੈਟੇਗਰੀ 9 ਵਾਲਾ ਇਨਸਿਨਰੇਸ਼ਨ ਐਸ਼ ਆ ਜੂਗੀ। ਐਸ਼ ਮਤਲਬ ਜੋ ਵੀ ਆਪਾਂ ਜਲਾਈ ਸੀ ਚੀਜ਼ ਉਹਦੀ ਰਾਖ ਆ ਗਈ। ਕੈਟੇਗਰੀ 10 ਦੇ ਵਿੱਚ ਆ ਜੂ ਕੈਮੀਕਲ ਵੇਸਟ, ਇਹ ਸਾਰੀ ਬਲੈਕ ਕੰਟੇਨਰ 'ਚ ਆਊ। ਉਸ ਤੋਂ ਬਾਅਦ ਆ ਗਿਆ ਵਾਈਟ ਟਰਾਂਸਪੇਰੈਂਟ ਕੰਟੇਨਰ। ਇਹਦੇ ਵਿੱਚ ਮਤਲਬ ਚਿੱਟਾ ਜਿਹੜਾ ਡਸਟਬਿਨ ਹੈ ਉਹਦੇ 'ਚ ਤੁਸੀਂ ਕੀ ਪਾਉਣਾ? ਚਿੱਟਾ ਡਸਟਬਿਨ ਹੁੰਦਾ ਜੇ ਟਰਾਂਸਪੇਰੈਂਟ ਹੁੰਦਾ, ਤੁਸੀਂ ਡੱਬੇ ਦੇਖੇ ਨਾ ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਟਰਾਂਸਪੇਰੈਂਟ ਡੱਬੇ, ਉੱਦਾਂ ਦਾ ਕੰਟੇਨਰ ਹੁੰਦਾ ਜਿਹਦੇ ਵਿੱਚ ਆਪਾਂ ਨੂੰ ਦਿਖਦਾ ਹੁੰਦਾ। ਇਹਦੇ ਵਿੱਚ ਆਪਾਂ ਸ਼ਾਰਪਸ ਮਤਲਬ ਤਿੱਖੀਆਂ ਚੀਜ਼ਾਂ ਪਾਉਣੀਆਂ ਹੁੰਦੀਆਂ ਨੇ। ਤਿੱਖੀਆਂ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ? ਜਿੱਦਾਂ ਨੀਡਲਸ, ਸਰਿੰਜਸ ਵਾਲੀਆਂ ਨੀਡਲਸ ਆ ਗਈਆਂ, ਫਿਕਸਡ ਸੂਈਆਂ ਵਾਲੀਆਂ ਸਰਿੰਜਾਂ ਆ ਗਈਆਂ, ਸਕਾਲਪੇਲ ਆ ਗਏ, ਸਕਾਲਪੇਲ ਜਿਹੜੇ ਸਰਜਰੀ ਵਿੱਚ ਆਪਾਂ ਯੂਜ਼ ਕਰਦੇ ਹਾਂ, ਬਲੇਡਸ ਵਗੈਰਾ, ਸਿੰਪਲ ਬਲੇਡਸ ਆ ਗਏ, ਜਾਂ ਕੋਈ ਵੀ ਇਨਫੈਕਟਡ ਚੀਜ਼ ਜੋ ਵੀ ਪੰਚਰ ਕਰ ਸਕਦੀ ਹੈ ਜਾਂ ਕੱਟ ਲਗਾ ਸਕਦੀ ਹੈ, ਠੀਕ ਹੈ, ਉਹ ਸਾਰੀ ਵਾਈਟ ਟਰਾਂਸਪੇਰੈਂਟ ਕੰਟੇਨਰ 'ਚ ਆ ਜਾਊਗੀ, ਤਾਂ ਕਿ ਉਹ 'ਚ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਉਹਦੇ ਵਿੱਚ ਹੈ ਕੀ, ਤਿੱਖੀ ਚੀਜ਼ ਕਿਹੜੀ ਚੀਜ਼ ਹੈਗੀ ਹੈ। ਇਹ ਸਾਰੇ ਹੋ ਗਏ ਜੀ ਸੈਗਰੀਗੇਸ਼ਨ ਦੇ ਪੁਆਇੰਟਸ, ਕਲਰ ਕੋਡਿੰਗਸ, ਠੀਕ ਹੈ। ਡਸਟਬਿਨਸ ਪੜ੍ਹ ਲਏ ਆਪਾਂ ਕਿਹੜੇ ਕਿਹੜੇ ਕਲਰਸ ਦੇ ਹੁੰਦੇ ਨੇ ਅਤੇ ਇਹਨਾਂ ਵਿੱਚ ਕੀ ਕੀ ਪਾਉਣਾ। ਹੁਣ ਸੈਕਿੰਡ ਪੁਆਇੰਟ ਆ ਗਿਆ ਜੀ ਕਲੈਕਸ਼ਨ ਐਂਡ ਸਟੋਰੇਜ। ਕਲੈਕਟ ਕਿਵੇਂ ਕਰਨਾ, ਫਿਰ ਸਟੋਰ ਕਿਵੇਂ ਕਰਨਾ। ਇਹਨਾਂ ਕੰਟੇਨਰਸ ਨੂੰ ਵਾਰਡ ਜਾਂ OPD ਵਿੱਚੋਂ ਹਰ ਰੋਜ਼ ਖਾਲੀ ਕਰਨਾ ਚਾਹੀਦਾ ਹੈ। ਮਤਲਬ ਜੋ ਵੀ ਕੰਟੇਨਰਸ ਦੇ ਅਲੱਗ-ਅਲੱਗ ਕਲਰਸ ਦੇ ਕੰਟੇਨਰਸ ਵਾਰਡ ਜਾਂ OPD ਵਿੱਚ ਪਏ ਨੇ, ਆਪਾਂ ਉੱਥੇ ਦਿਨ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਖਾਲੀ ਕਰਨਾ, ਠੀਕ ਹੈ, ਖਾਲੀ ਕਰਨਾ ਜਾਂ ਕਰਾਉਣਾ। ਲੇਬਰ ਰੂਮ, ਓਪਰੇਸ਼ਨ ਥੀਏਟਰ, ਠੀਕ ਹੈ, ਇੱਥੇ ਓਪਰੇਸ਼ਨ ਥੀਏਟਰ ਹੈ, ਓਪਰੇਸ਼ਨ ਥੀਏਟਰ ਜਾਂ OT ਕਹਿੰਦੇ ਆਪਾਂ ਇਹਨੂੰ, ਜਾਂ ICU, ICCU ਵੀ ਹੁੰਦਾ ਜਾਂ ICU, ਠੀਕ ਹੈ। ਇਹਦੇ ਵਿੱਚ ਆਪਾਂ ਇੱਕ ਤੋਂ ਜ਼ਿਆਦਾ ਵਾਰ ਖਾਲੀ ਕਰਨਾ। ਕਿਉਂਕਿ ਜਿਹੜੇ ਲੇਬਰ ਰੂਮਸ, OTs ਜਾਂ ICUs ਹੁੰਦੇ ਨੇ, ਇੱਥੇ ਜਿਹੜੀ ਵੇਸਟੇਜ ਉਹ ਜ਼ਿਆਦਾ ਜਨਰੇਟ ਹੁੰਦੀ ਹੈ, ਜ਼ਿਆਦਾ ਪੈਦਾ ਹੁੰਦੀ ਹੈ। ਬਾਰ-ਬਾਰ ਇੰਜੈਕਸ਼ਨਸ ਲਗਾਉਣੇ ਆ, ਬਾਰ-ਬਾਰ ਜਾਂ ਕੋਈ ਪ੍ਰੋਸੀਜਰ ਕਰਦੇ ਹਾਂ ਓਪਰੇਸ਼ਨ ਥੀਏਟਰ 'ਚ, ਆਪਾਂ ਥੋੜ੍ਹੇ ਟਾਈਮ ਬਾਅਦ ਜਿੱਦਾਂ ਜਿਹੜੇ ਬਿਜ਼ੀ ਹੁੰਦੇ ਨੇ ਓਪਰੇਸ਼ਨ ਥੀਏਟਰਸ, ਉੱਥੇ ਬਾਰ-ਬਾਰ ਕੀ ਕਰਦੇ ਨੇ, ਓਪਰੇਸ਼ਨ ਕੀਤੇ ਜਾਂਦੇ ਨੇ, ਲੇਬਰ ਰੂਮਸ ਵਿੱਚ ਡਿਲੀਵਰੀਜ਼ ਹੁੰਦੀਆਂ ਨੇ, ਠੀਕ ਹੈ। ਇੱਥੇ ਜਿਹੜੀ ਵੇਸਟੇਜ ਹੈਗੀ ਜ਼ਿਆਦਾ ਜਨਰੇਟ ਹੁੰਦੀ ਹੈ, ਤਾਂ ਕਰਕੇ ਇੱਥੇ ਜਿੰਨੀ ਵਾਰ ਵੀ ਤੁਹਾਨੂੰ ਲੱਗਦਾ ਹੈ ਕਿ ਮੰਨ ਲਓ ਅੱਧੇ ਤੋਂ ਜ਼ਿਆਦਾ ਹੋ ਗਿਆ, ਤਾਂ ਉੱਥੋਂ ਡਸਟਬਿਨ ਨੂੰ ਖਾਲੀ ਕਰਨਾ ਪੈਂਦਾ ਹੈ, ਠੀਕ ਹੈ। ਕਚਰੇ ਵਾਲੇ ਕੰਟੇਨਰ ਜਾਂ ਬੈਗ ਲੈ ਕੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੀਲ ਅਤੇ ਲੇਬਲ ਕਰਨੇ ਹੁੰਦੇ ਨੇ, ਠੀਕ ਹੈ। ਇਹਨਾਂ ਨੂੰ ਜਦੋਂ ਆਪਾਂ ਕਲੈਕਟ ਕਰਨਾ ਹੈ, ਕਲੈਕਟ ਕਰਨ ਵੇਲੇ ਕੀ ਕਰਨਾ ਹੈ, ਜਿਹੜੇ ਕੰਟੇਨਰਸ ਹੁੰਦੇ ਨੇ, ਜ਼ਿਆਦਾ ਅਗਰ ਕੰਟੇਨਰ, ਕਈ ਹਸਪੀਟਲ ਦੇ ਵਿੱਚ ਕੰਟੇਨਰ ਚੇਂਜ ਕਰ ਦਿੰਦੇ ਨੇ, ਕਈ ਹਸਪੀਟਲ ਦੇ ਵਿੱਚੋਂ ਜਿਵੇਂ ਆਪਣੇ ਪੰਜਾਬ 'ਚ ਜ਼ਿਆਦਾਤਰ ਕੀ ਕੀਤਾ ਜਾਂਦਾ ਸਰਕਾਰੀ ਦੇ ਵਿੱਚ, ਜਿਹੜੇ ਬੈਗਸ ਹੁੰਦੇ ਨੇ, ਪੋਲੀਥੀਨਸ ਹੁੰਦੇ ਨੇ, ਲਿਫਾਫੇ ਪਾਏ ਹੁੰਦੇ ਨੇ, ਠੀਕ ਹੈ, ਲਿਫਾਫੇ ਨੂੰ ਆਪਾਂ ਕੱਢ ਲੈਂਦੇ ਹੁੰਦੇ ਹਾਂ, ਠੀਕ ਹੈ, ਅਤੇ ਦੂਸਰਾ ਨਵਾਂ ਲਿਫਾਫਾ ਪਾ ਦਿੰਦੇ ਹੁੰਦੇ ਹਾਂ। ਜਿਹੜਾ ਆਪਾਂ ਲਿਫਾਫਾ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਸੀਲ ਕਰਨਾ ਹੁੰਦਾ, ਬੰਨਣਾ ਹੁੰਦਾ, ਉਸ ਤੋਂ ਬਾਅਦ ਉਹਨੂੰ ਆਪਾਂ ਅੱਗੇ ਜਾ ਕੇ ਸਟੋਰ ਕਰਨਾ ਹੁੰਦਾ। ਸਟੋਰ ਆਪਾਂ ਕਿਸੇ ਨੇੜੇ ਜਿਹੜੀ ਵੀ ਜਗ੍ਹਾ ਹੁੰਦੀ ਹੈ ਕੋਈ ਹਸਪੀਟਲ ਦੇ ਵਿੱਚ ਬਣੀ ਹੋਈ ਅਲੱਗ ਜਗ੍ਹਾ ਬਣੀ ਹੁੰਦੀ ਹੈ, ਠੀਕ ਹੈ, ਉਹਨਾਂ ਨੂੰ ਸਟੋਰ ਕਰਨ ਲਈ ਜਿੱਥੋਂ ਇਨਫੈਕਸ਼ਨ ਅੱਗੇ ਨਾ ਹੋਵੇ, ਮਤਲਬ ਲਿਵਿੰਗ ਏਰੀਆ ਤੋਂ ਥੋੜ੍ਹਾ ਦੂਰ ਹੁੰਦੀ ਹੈ, ਜਾਂ ਹਸਪੀਟਲ ਇਹਦੇ ਵਿੱਚ ਜਿਹੜੇ ਪੇਸ਼ੈਂਟ ਏਰੀਆ ਹੁੰਦਾ ਉਹ ਤੋਂ ਥੋੜ੍ਹੀ ਦੂਰ ਹੁੰਦੀ ਹੈ, ਉੱਥੇ ਇਹਨੂੰ, ਠੀਕ ਹੈ, ਆਪਾਂ ਸਟੋਰ ਕਰਦੇ ਹੁੰਦੇ ਹਾਂ। ਅਤੇ ਇਹਨੂੰ ਲੇਬਲ ਵੀ ਕਰਨਾ ਕਿ ਕਿਹੜਾ, ਜਿੱਦਾਂ ਇਹਦੇ ਵਿੱਚ ਆਪਾਂ ਕੈਟੇਗਰੀ ਜਿਵੇਂ ਆਪਾਂ ਪੜ੍ਹਿਆ ਸੀਗਾ ਕਿ ਕਿਹੜਾ ਬਾਇਓ ਹੈਜ਼ਰਡ ਵਾਲਾ ਕੂੜਾ ਹੈਗਾ, ਤੁਸੀਂ ਇਹ ਵੀ ਪੜ੍ਹੋਗੇ ਅੱਗੇ ਬਾਇਓ ਹੈਜ਼ਰਡ ਕੀ ਹੁੰਦਾ। ਬਾਇਓ ਹੈਜ਼ਰਡ ਮਤਲਬ ਖਤਰਨਾਕ ਕੂੜਾ, ਡੇਂਜਰਸ ਕੂੜਾ ਕਿਹੜਾ ਆ, ਨੋਨ ਡੇਂਜਰਸ ਕੂੜਾ ਕਿਹੜਾ ਆ, ਠੀਕ ਆ, ਸਾਈਟੋਟੌਕਸਿਕ ਵਾਲਾ ਕੂੜਾ ਕਿਹੜਾ ਆ, ਉਹ ਸਾਰੇ ਲੇਬਲ ਕੀਤੇ ਹੁੰਦੇ ਨੇ। ਉਸ ਤੋਂ ਬਾਅਦ ਹੈਗਾ ਜੀ ਥਰਡ ਪੁਆਇੰਟ ਟਰਾਂਸਪੋਰਟੇਸ਼ਨ। ਤੁਸੀਂ ਸੈਗਰੀਗੇਟ ਕਰ ਲਿਆ, ਕਲੈਕਟ ਕਰ ਲਿਆ, ਉਸ ਤੋਂ ਬਾਅਦ ਸਟੋਰ ਵੀ ਕਰ ਲਿਆ। ਸਟੋਰ ਕਰਨ ਤੋਂ ਬਾਅਦ ਟਰਾਂਸਪੋਰਟ ਕਰਨਾ, ਮਤਲਬ ਉਹਨੂੰ ਆਪਾਂ ਲੈ ਕੇ ਜਾਣਾ। ਕਿਵੇਂ ਲੈ ਕੇ ਜਾਣਾ? ਬਾਇਓਮੈਡੀਕਲ ਵੇਸਟ ਨੂੰ ਬੰਦ ਕੰਟੇਨਰਾਂ ਵਿੱਚ ਧਿਆਨ ਨਾਲ ਲੈ ਕੇ ਜਾਣਾ ਚਾਹੀਦਾ, ਠੀਕ ਹੈ, ਆਪਾਂ ਬੰਦ ਕੰਟੇਨਰ 'ਚ ਲੈ ਕੇ ਜਾਣਾ ਤਾਂ ਕਿ ਇਨਫੈਕਸ਼ਨ ਅੱਗੇ ਨਾ ਫੈਲੇ। ਇਹਨਾਂ ਦੀ ਮੈਨੂਅਲ ਹੈਂਡਲਿੰਗ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਜੋ ਇਹਨਾਂ ਤੋਂ ਹੋਣ ਵਾਲੇ ਨੁਕਸਾਨ ਜਿਵੇਂ ਇਨਫੈਕਸ਼ਨ, ਜਿਵੇਂ ਕਿ ਆਏਗਾ ਨੀਡਲ ਪ੍ਰਿਕ ਇੰਜਰੀ ਨੂੰ ਘੱਟ ਕੀਤਾ ਜਾ ਸਕੇ। ਦੇਖੋ ਇਹਦਾ ਮਤਲਬ ਇਹ ਹੈ ਕਿ ਮੈਨੂਅਲ ਹੈਂਡਲਿੰਗ ਮਤਲਬ ਕਿ ਕੋਈ ਵੀ ਬੰਦਾ ਇਹਨੂੰ ਆਪ ਆਪਣੇ ਹੱਥ ਦੇ ਨਾਲ ਕੈਰੀ ਨਾ ਕਰੇ, ਉਹ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਅਗਰ ਆਪਾਂ ਖੁਦ ਆਪਣੇ ਹੱਥ ਨਾਲ ਇਸ ਵੇਸਟੇਜ ਨੂੰ, ਇਨਫੈਕਟਡ ਵੇਸਟੇਜ ਨੂੰ ਹੈਂਡਲ ਕਰਾਂਗੇ, ਲੈ ਕੇ ਜਾਵਾਂਗੇ, ਤਾਂ ਕੀ ਹੋ ਸਕਦਾ ਆ, ਜਿੱਦਾਂ ਮੰਨ ਲਓ ਕਿ ਸ਼ਾਰਪ ਚੀਜ਼ਾਂ ਆਪਾਂ ਲੈ ਕੇ ਜਾ ਰਹੇ ਹਾਂ, ਉਹਦੇ ਵਿੱਚ ਕੀ ਹੁੰਦਾ, ਉਹ ਕੰਟੇਨਰਸ ਦੇ ਥਰੂ ਆਪਾਂ ਨੂੰ ਜਿਹਦੇ ਸੂਈਆਂ ਨੇ ਚੁੱਭ ਸਕਦੀਆਂ ਨੇ। ਸੂਈ ਜਿਹੜੀ ਕੀ ਹੁੰਦੀ ਆ, ਪੇਸ਼ੈਂਟ 'ਤੇ ਯੂਜ਼ ਹੋਈ ਹੁੰਦੀ ਹੈ, ਇਨਫੈਕਟਡ ਹੁੰਦੀ ਆ,
ਤਾਂ ਨੀਡਲ ਪ੍ਰਿਕ ਇੰਜਰੀ ਕਹਿੰਦੇ ਨੇ ਇਹਨੂੰ ਜੇ ਅਗਰ ਸੂਈ ਲੱਗ ਜਾਵੇ ਹਸਪੀਟਲਸ ਦੇ ਵਿੱਚ, ਠੀਕ ਹੈ। ਤਾਂ ਉਹਦੇ ਨਾਲ ਕੀ ਹੋਏਗਾ, ਅਗਰ ਪੇਸ਼ੈਂਟ ਨੂੰ ਕੋਈ ਮੰਨ ਲਓ ਕੋਈ ਕਮਿਊਨੀਕੇਬਲ ਡਿਜ਼ੀਜ਼ ਸੀ, ਛੂਤ ਦੀ ਬਿਮਾਰੀ ਸੀ, ਤਾਂ ਉਸ ਬੰਦੇ ਨੂੰ ਹੋਣ ਦੇ ਚਾਂਸ ਹੁੰਦੇ ਨੇ। ਇਸ ਲਈ ਇਹਨੂੰ ਮਤਲਬ ਆਪਾਂ ਮੈਨੂਅਲ ਹੈਂਡਲਿੰਗ ਜਿਹੜੀ ਹੈਗੀ ਘੱਟ ਕਰਨੀ ਹੈ, ਅਤੇ ਵੱਧ ਤੋਂ ਵੱਧ ਵਹੀਕਲਸ ਵਗੈਰਾ ਹੁੰਦੇ ਨੇ ਨਾ ਜਿਹੜੇ, ਉਹਨਾਂ ਦੇ ਥਰੂ ਲੈ ਕੇ ਜਾਣਾ ਹੁੰਦਾ ਹੈ। ਜਿਸ ਸਾਧਨ ਵਹੀਕਲ ਰਾਹੀਂ ਬਾਇਓਮੈਡੀਕਲ ਵੇਸਟ ਨੂੰ ਲਿਜਾਇਆ ਜਾਂਦਾ ਹੈ ਉਸ 'ਤੇ ਬਾਇਓ ਹੈਜ਼ਰਡ ਦਾ ਸਿੰਬਲ ਹੋਣਾ ਚਾਹੀਦਾ ਹੈ। ਉਸ ਸਾਧਨ ਨੂੰ ਕਿਸੇ ਹੋਰ ਕੰਮ ਲਈ ਨਹੀਂ ਯੂਜ਼ ਕਰਨਾ ਚਾਹੀਦਾ। ਯੂਜ਼ ਸੀਗਾ ਇੱਥੇ, ਮਤਲਬ ਇਹਦਾ ਹੈਗਾ ਹੈ ਕਿ ਜੋ ਵੀ ਤੁਸੀਂ ਕੋਈ ਵੈਨ, ਟਰੱਕ, ਬੱਸ ਜਾਂ ਕੁਛ ਵੀ ਯੂਜ਼ ਕਰਦੇ ਹੋ ਬਾਇਓਮੈਡੀਕਲ ਵੇਸਟ, 'ਤੇ ਤੁਸੀਂ ਦੇਖੇ ਹੋਣਗੇ ਇੱਕ ਵੈਨਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਬਾਇਓਮੈਡੀਕਲ ਵੇਸਟ ਲੈ ਕੇ ਜਾਂਦੇ ਹੁੰਦੇ ਨੇ, ਉਹਦੇ ਉੱਪਰ ਇੱਕ ਸਿੰਬਲ ਲੱਗਿਆ ਹੁੰਦਾ ਬਾਇਓ ਹੈਜ਼ਰਡ ਦਾ। ਅਤੇ ਜਿਹੜੀ ਇਹ ਵਾਲੇ ਵਹੀਕਲਸ ਹੁੰਦੇ ਨੇ, ਇਹ ਬਾਇਓ ਹੈਜ਼ਰਡ ਦੇ ਸਿੰਬਲ ਵਾਲੇ, ਇਹਨਾਂ ਨੂੰ ਸਿਰਫ ਬਾਇਓਮੈਡੀਕਲ ਵੇਸਟ ਲਈ ਹੀ ਯੂਜ਼ ਕਰਨਾ ਚਾਹੀਦਾ, ਕਿਸੇ ਹੋਰ ਚੀਜ਼ ਲਈ ਨਹੀਂ ਯੂਜ਼ ਨਹੀਂ ਕਰਨਾ ਚਾਹੀਦਾ, ਠੀਕ ਹੈ ਜੀ। ਅੱਗੇ ਹੈ ਟਰੀਟਮੈਂਟ ਐਂਡ ਡਿਸਪੋਜ਼ਲ। ਇਹ ਆਪਾਂ ਆਲਰੇਡੀ ਪੜ੍ਹ ਲਿਆ ਕੈਟਾਗਰੀਜ਼ ਦੇ ਅਕੋਰਡਿੰਗ, ਠੀਕ ਹੈ। ਫਸਟ ਕੈਟਾਗਰੀ ਦੇ ਵਿੱਚ ਤੁਹਾਨੂੰ ਦੱਸਿਆ ਸੀ ਕੀ ਕਰਨਾ, ਸੈਕਿੰਡ 'ਚ ਕੀ ਕਰਨਾ। ਇਸ ਤੋਂ ਇਲਾਵਾ ਆਪਾਂ ਹੋਰ ਪੜ੍ਹ ਲੈਂਦੇ ਹਾਂ ਕਿ ਟਰੀਟਮੈਂਟ ਦੇ ਵਿੱਚ ਆਪਾਂ ਕੀ ਕੀ ਕਰ ਸਕਦੇ ਹਾਂ। ਮਕੈਨੀਕਲ ਟਰੀਟਮੈਂਟ ਕਰ ਸਕਦੇ ਹਾਂ। ਮਕੈਨੀਕਲ ਟਰੀਟਮੈਂਟ ਤੁਹਾਨੂੰ ਮੈਂ ਪੜ੍ਹਾਇਆ ਸੀ ਪਿੱਛੇ, ਸ਼ਰੈਡਿੰਗ, ਕਿ ਆਪਾਂ ਇਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਪੀਸ ਦਿੰਦੇ ਹਾਂ। ਥਰਮਲ ਟਰੀਟਮੈਂਟ ਕਰ ਸਕਦੇ ਹਾਂ। ਥਰਮਲ ਟਰੀਟਮੈਂਟ ਦੇ ਵਿੱਚ ਕੀ ਹੁੰਦਾ, ਇੱਕ ਲੋ ਹੀਟ, ਹਾਈ ਹੀਟ, ਠੀਕ ਹੈ, ਇਹ ਚੀਜ਼ਾਂ ਹੋ ਜਾਂਦੀਆਂ ਨੇ। ਲੋ ਹੀਟ ਦੇ ਵਿੱਚ 600 ਡਿਗਰੀ ਸੈਲਸੀਅਸ ਦੇ ਟੈਂਪਰੇਚਰ ਤੱਕ ਆਪਾਂ ਨੂੰ ਆਊਟੋਕਲੇਵ ਕਹਿ ਲਓ ਕਰਨਾ ਹੁੰਦਾ, ਜਾਂ ਫਿਰ ਹਾਈ ਹੀਟ 600 ਤੋਂ 5500 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਇਹ 'ਚ ਆਪਾਂ ਯੂਜ਼ ਕਰਦੇ ਹਾਂ। ਜਿੱਦਾਂ ਕਿ ਇਸ ਇਲਾਵਾ ਉੱਪਰ ਵਾਲੇ 'ਚ ਜਿਹੜਾ ਲੋ ਹੀਟ ਹੈ ਉਹਦੇ 'ਚ ਹੌਟ ਏਅਰ ਓਵਨ ਆ ਜਾਂਦੇ ਨੇ, ਮਾਈਕ੍ਰੋਵੇਵ ਆ ਜਾਂਦਾ। ਹਾਈ ਹੀਟ ਦੇ ਵਿੱਚ ਇਨਸਿਨਰੇਸ਼ਨ ਆ ਜਾਂਦਾ। ਇਸ ਤੋਂ ਥਰਡ ਪੁਆਇੰਟ ਹੈਗਾ ਜੀ ਰੇਡੀਏਸ਼ਨ। ਰੇਡੀਏਸ਼ਨ ਮਤਲਬ ਆਪਾਂ ਰੇਡੀਏਸ਼ਨਸ ਯੂਜ਼ ਕਰਦੇ ਹਾਂ, ਯੂਵੀ ਰੇਜ਼, ਆਈਸੋਟੋਮਿਕ ਰੇਜ਼, ਠੀਕ ਹੈ, ਜਿਹੜੇ ਰੇਜ਼ ਦੇ ਨਾਲ ਆਪਾਂ ਇਹਨਾਂ ਨੂੰ ਟਰੀਟ ਕਰਦੇ ਹਾਂ। ਕੈਮੀਕਲ ਟਰੀਟਮੈਂਟ ਆ ਜਾਂਦਾ। ਕੈਮੀਕਲ ਟਰੀਟਮੈਂਟ ਦੇ ਵਿੱਚ ਕੀ ਹੁੰਦਾ, ਇਹ 'ਚ ਕੈਮੀਕਲ ਡਿਸਇਨਫੈਕਟੈਂਟਸ ਆ ਜਾਂਦੇ ਨੇ ਸਾਰੇ, ਠੀਕ ਹੈ। ਕੈਮੀਕਲਸ ਨੇ ਜਿਵੇਂ ਫਾਰਮਲਡੀਹਾਈਡ, ਕਲੋਰੀਨ, ਇਹ ਕੈਮੀਕਲਸ ਨੇ ਜਿਨ੍ਹਾਂ ਨਾਲ ਆਪਾਂ ਇਹਨਾਂ ਨੂੰ ਵੇਸਟੇਜ ਨੂੰ ਟਰੀਟ ਕਰਕੇ ਡਿਸਪੋਜ਼ ਕਰਦੇ ਹਾਂ। ਬਾਇਓਲੋਜੀਕਲ ਟਰੀਟਮੈਂਟ ਆ ਜਾਂਦਾ। ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਦੇ ਉੱਪਰ ਕੋਈ ਜਿਵੇਂ ਪਾਣੀ ਮੰਨ ਲਓ ਸਾਫ਼ ਕਰਨਾ, ਆਪਾਂ ਉਹਨੂੰ ਇੱਕ ਜਗ੍ਹਾ 'ਤੇ ਇਕੱਠਾ ਕਰ ਦਿੰਦੇ ਹਾਂ ਅਤੇ ਉਹਦੇ ਵਿੱਚ ਬੈਕਟੀਰੀਆਜ਼ ਛੱਡ ਦਿੰਦੇ ਹਾਂ। ਬੈਕਟੀਰੀਆਜ਼ ਕੀ ਕਰਦੇ ਨੇ, ਆਪਣਾ ਨਿਊਟ੍ਰੀਐਂਟਸ ਲਈ, ਆਪਣੇ ਭੋਜਨ ਲਈ ਜਿਹੜਾ ਵੀ ਵੇਸਟੇਜ ਹੋਏਗਾ ਉਹਦੇ ਵਿੱਚ ਉਹਨੂੰ ਖਾਣਾ ਸ਼ੁਰੂ ਕਰ ਦੇਣਗੇ। ਉਹਦੇ ਨਾਲ ਕੀ ਹੋਏਗਾ, ਉਹ ਟਰੀਟ ਹੋ ਜਾਏਗਾ। ਡਿਸਪੋਜ਼ਲ, ਠੀਕ ਹੈ, ਟਰੀਟਮੈਂਟ ਤੋਂ ਬਾਅਦ ਡਿਸਪੋਜ਼ਲ ਆਪਾਂ ਪੜ੍ਹ ਹੀ ਲਿਆ ਆਲਰੇਡੀ। ਰੀਸਾਈਕਲਿੰਗ, ਜਿਵੇਂ ਜਨਰਲ ਵੇਸਟ ਹੁੰਦੀ ਆ ਜਾਂ ਆਪਾਂ ਕੁਛ ਕੱਚ ਵਗੈਰਾ ਹੁੰਦਾ ਆਪਾਂ ਰੀਸਾਈਕਲ ਕਰ ਸਕਦੇ ਹਾਂ। ਲੈਂਡ ਫਿਲਿੰਗ, ਜ਼ਮੀਨ ਦੇ ਵਿੱਚ ਦਬਾ ਸਕਦੇ ਹਾਂ। ਡੀਪ ਬੁਰਲ, ਡੀਪ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਡੂੰਘੀ ਜ਼ਮੀਨ ਪੱਟ ਕੇ ਦਫਨਾਉਂਦੇ ਹਾਂ। ਸੀਵੇਜ ਡਰੇਨਿੰਗ, ਜਿਵੇਂ ਆਪਾਂ ਕੈਮੀਕਲਸ ਨੂੰ ਕੈਮੀਕਲ ਟਰੀਟਮੈਂਟ ਕਰਨ ਤੋਂ ਬਾਅਦ, ਆਪਾਂ ਡਿਸਇਨਫੈਕਟ ਕਰਨ ਤੋਂ ਬਾਅਦ ਡਰੇਨ ਕਰ ਦਿੰਦੇ ਹਾਂ ਸੀਵਰੇਜ ਦੇ ਵਿੱਚ, ਠੀਕ ਹੈ। ਇਹ ਚੀਜ਼ਾਂ ਡਿਸਪੋਜ਼ਲ ਦੇ ਵਿੱਚ ਆ ਜਾਣਗੀਆਂ। ਆਪਾਂ ਪਿੱਛੇ ਸਾਰਾ ਕੁਛ ਪੜ੍ਹ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਨੈਕਸਟ ਪੜ੍ਹਾਂਗੇ ਸਿੰਬਲਸ, ਮਤਲਬ ਬਾਇਓਮੈਡੀਕਲ ਵੇਸਟ ਦੇ ਸਿੰਬਲਸ ਕੀ ਨੇ। ਦੇਖੋ ਇਹ ਸਿੰਬਲ ਹੈ ਬਾਇਓ ਹੈਜ਼ਰਡ ਦਾ। ਬਾਇਓ ਹੈਜ਼ਰਡ ਤੁਸੀਂ ਜਿੱਦਾਂ ਆਪਾਂ ਕੈਰੀਅਰ ਵਹੀਕਲਸ 'ਤੇ ਪੜ੍ਹਿਆ ਸੀ ਕਿ ਸਿੰਬਲ ਹੋਣਾ ਚਾਹੀਦਾ, ਬਾਇਓ ਹੈਜ਼ਰਡ ਦਾ ਉੱਥੇ ਇੱਦਾਂ ਦਾ ਸਿੰਬਲ ਹੋਊਗਾ। ਹੌਸਪੀਟਲ ਦੇ ਵਿੱਚ ਵੀ ਲੱਗਿਆ ਹੁੰਦਾ ਕਈ ਵਾਰ, ਕਈ ਜਗ੍ਹਾ ਦੇ ਉੱਪਰ, ਕਿ ਇੱਥੇ ਜਿਹੜਾ ਸਮਾਨ ਹੈ, ਜੋ ਵੇਸਟੇਜ ਆ ਉਹ ਡੇਂਜਰਸ ਹੁੰਦੀ ਹੈ, ਇਨਫੈਕਟਡ ਹੁੰਦੀ ਹੈ। ਇਹ ਸਿੰਬਲ ਹੈਗਾ ਰੇਡੀਓ ਐਕਟਿਵ ਦਾ ਸਿੰਬਲ। ਜਿੱਥੇ ਵੀ ਰੇਡੀਓ ਐਕਟਿਵ ਸਬਸਟੈਂਸਸ ਹੁੰਦੇ ਨੇ, ਤੁਸੀਂ ਦੇਖਿਆ ਹੋਣਾ ਕੰਟੇਨਰਸ ਦੇ ਉੱਪਰ ਲੱਗੇ ਹੁੰਦੇ ਨੇ ਇਹ ਸਿੰਬਲ ਰੇਡੀਓ ਐਕਟਿਵ ਦੇ। ਜਾਂ ਫਿਰ ਆਪਾਂ ਕੈਂਸਰ ਹੌਸਪੀਟਲਸ ਦੇ ਵਿੱਚ ਦੇਖ ਸਕਦੇ ਹੋ, ਜਿੱਥੇ ਵੀ ਕੀਮੋਥੈਰੇਪੀਜ਼ ਹੁੰਦੀਆਂ ਨੇ ਉੱਥੇ ਹੁੰਦੇ ਨੇ ਸਿੰਬਲਸ। ਥਰਡ ਸਿੰਬਲ ਹੈ ਜੀ ਸਾਈਟੋਟੌਕਸਿਕ ਦਾ ਸਿੰਬਲ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਯੈਲੋ ਪੋਲੀਥੀਨ ਦੇ ਉੱਪਰ ਸਿੰਬਲ ਬਣਿਆ ਹੁੰਦਾ, ਸੀ ਲਿਖਿਆ ਹੁੰਦਾ, ਠੀਕ ਹੈ। ਇਹ ਸਿੰਬਲ ਹੈਗਾ ਸਾਈਟੋਟੌਕਸਿਕ ਦਾ। ਇਹ ਹੈਗਾ ਜੀ ਰੀਸਾਈਕਲਿੰਗ ਦਾ, ਠੀਕ ਹੈ ਜੀ। ਇਹ ਸੀਗਾ ਆਪਣਾ ਅੱਜ ਦਾ ਟੌਪਿਕ ਬਾਇਓਮੈਡੀਕਲ ਵੇਸਟ ਮੈਨੇਜਮੈਂਟ। ਤੁਸੀਂ ਇਹਦੇ 'ਚ ਪੜ੍ਹਿਆ ਕਿ ਬਾਇਓਮੈਡੀਕਲ ਵੇਸਟ ਕੀ ਹੁੰਦਾ, ਉਹਦੇ ਟਾਈਪਸ ਕੀ ਹੁੰਦੀਆਂ ਨੇ, ਇਨਫੈਕਟਡ, ਨੋਨ ਇਨਫੈਕਟਡ, ਕੈਟੇਗਰੀਜ਼ ਪੜ੍ਹੀਆਂ ਨੇ, 10 ਕੈਟੇਗਰੀਜ਼ ਸੀਗੀਆਂ, ਕਿਹੜੀ ਕੈਟੇਗਰੀ ਵਿੱਚ ਕਿਹੜਾ, ਠੀਕ ਹੈ, ਆਉਂਦਾ ਆ ਵੇਸਟ। ਇਸ ਤੋਂ ਇਲਾਵਾ ਪੜ੍ਹੇ ਨੇ ਤੇ ਆਪਾਂ ਸਟੈਪਸ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦੇ ਸਟੈਪਸ ਕੀ ਨੇ, ਜਿਵੇਂ ਸੈਗਰੀਗੇਟ ਕਰਨਾ, ਸੈਗਰੀਗੇਟ ਕਰਨ ਤੋਂ ਬਾਅਦ ਕਲੈਕਟ ਕਰਨਾ, ਫਿਰ ਸਟੋਰ ਕਰਨਾ, ਫਿਰ ਇਹਨੂੰ ਟਰੀਟ ਕਰਨਾ, ਟਰੀਟ ਕਰਨ ਤੋਂ ਬਾਅਦ ਫਿਰ ਡਿਸਪੋਜ਼ ਕਰਨਾ, ਠੀਕ ਹੈ। ਇਹ ਚੀਜ਼ਾਂ ਆਪਾਂ ਸਿੰਬਲਸ ਪੜ੍ਹ ਲਏ ਆਪਾਂ ਇਹਦੇ। ਇਹ ਸਾਰਾ ਕੀ ਹੈ ਜੀ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਹੈ। ਹੁਣ ਇਹਦੇ ਵਿੱਚ ਨੈਕਸਟ ਵੀਡੀਓ 'ਚ ਆਪਾਂ ਇਹਦੇ MCQs ਕਰਾਂਗੇ। ਸੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਪਲੀਜ਼ ਇੱਕ ਵਾਰ ਦੁਬਾਰਾ ਦੇਖ ਲਿਓ।